ਇਹ ਗੱਡੀ ਨੂੰ ਫੇਕ ਕਾਲ ਪਾ ਕੇ ਤੋਰ ਦਿੱਤਾ ਜਾਂਦਾ ਇੱਥੋਂ ਜੀ ਤੁਸੀਂ ਵਾਪਸ ਆਉਣਾ ਆ। ਉਸ ਸਮੇਂ ਜੇਕਰ ਇੱਥੋਂ ਹਸਪੀਟਲ ਤੋਂ ਕੋਈ ਪੇਸ਼ੈਂਟ ਰੈਫਰ ਹੁੰਦਾ ਆ ਸੀਰੀਅਸ ਜਾਂ ਰਸਤੇ ਦੇ ਵਿੱਚ ਕੋਈ ਐਕਸੀਡੈਂਟ ਹੁੰਦਾ ਆ ਤਾਂ ਉਹਨਾਂ ਨੂੰ ਕੀ ਦੱਸਿਆ ਜਾਂਦਾ ਹੈ, ਸਾਡੀਆਂ ਐਂਬੂਲੈਂਸਾਂ ਬਿਜ਼ੀ ਨੇ। ਆਮ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਆ ਤੇ ਕੰਪਨੀ ਦਾ ਆਪਣਾ ਪ੍ਰੋਫਿਟ ਵੱਧ ਤੋਂ ਵੱਧ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ। ZHL ਕੰਪਨੀ ਜੋ ਬੰਬੇ ਦੀ ਹੈ, ਪੰਜਾਬ ਸਰਕਾਰ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਕਿਸ ਤਰ੍ਹਾਂ ਲੁੱਟ ਵੀ ਰਹੀ ਆ, ਕਸੁੱਟ ਵੀ ਰਹੀ ਆ, ਚੂਨਾ ਲਾ ਰਹੀ ਆ। ਉਹ ਇਨਸੈਂਟਿਵ ਕੰਪਨੀ ਨੇ ਕਿਸ ਤਰ੍ਹਾਂ ਵਧਾਇਆ ਹੈ, ਜਿਹਦਾ ਇੱਕ ਮੈਂ ਤੁਹਾਨੂੰ ਪ੍ਰੂਫ ਦੇਣ ਜਾ ਰਿਹਾ। ਕੰਪਨੀ ਆਪਣੇ ਵੱਲੋਂ ਦਫ਼ਤਰ ਦੇ ਵਿੱਚ ਬੈਠੇ ਹੀ ਇੱਕ ਫੇਕ ਕਾਲ ਪਾ ਕੇ ਇੱਕ ਲੋਕੇਸ਼ਨ ਦੇ ਉੱਪਰ 4-4 5-5 ਐਂਬੂਲੈਂਸਾਂ ਭੇਜੀਆਂ ਜਾਂਦੀਆਂ ਨੇ। ਸਿਵਲ ਹਸਪਤਾਲ ਮਹਾਲੀ ਦਾ ਪੀਜੀਆਈ ਵਾਸਤੇ ਰੈਫਰ ਨਹੀਂ ਹੈਗਾ ਇਹ। ਉਹ ਬਸ ਤੁਸੀਂ ਝੂੜੇ ਜਿਹੇ ਮਾੜੇ ਲੈ ਗਏ ਨਾ ਤੇ ਕਾਲ ਕਰ ਦਿਓ ਕਿ ਸੀਟ ਤੇ ਪਹੁੰਚੇ ਆ ਤੇ ਉੱਥੇ ਪੇਸ਼ੈਂਟ ਨਹੀਂ ਹੈ। ਅਸੀਂ ਅੱਜ ਖੜੇ ਹਾਂ ਮਲੋਟ ਸਿਵਲ ਹਸਪਤਾਲ ਦੇ ਵਿੱਚ ਤੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ 108 ਐਂਬੂਲੈਂਸ ਦੀਆਂ। ਪੰਜਾਬ ਸਰਕਾਰ ਵੱਲੋਂ ਇਹ ਸਕੀਮ ਜਿਹੜੀ ਹੈਗੀ 108 ਐਂਬੂਲੈਂਸ ਜਿਹੜੀ ਤੁਰੰਤ ਹਾਦਸੇ ਦਾ ਸ਼ਿਕਾਰ ਹੋਏ ਅਤੇ ਗਰਭਵਤੀ ਮਹਿਲਾਵਾਂ ਨੂੰ ਅੱਡ-ਅੱਡ ਸਕੀਮਾਂ ਦੇ ਤਹਿਤ ਇਹ 108 ਐਂਬੂਲੈਂਸ ਲੈ ਕੇ ਆਉਂਦੀ ਹੈ। ਹਸਪੀਟਲ ਦੇ ਵਿੱਚ ਤੁਰੰਤ ਉਹਨਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ, ਪਰ ਗੱਡੀਆਂ ਦੀ ਹਾਲਤ ਇਸ ਤਰ੍ਹਾਂ ਹੈ ਜਿਵੇਂ ਖੁਦ ਬਿਮਾਰ ਹੋਵੇ। 108 ਐਂਬੂਲੈਂਸ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਕਬਾੜ ਹਾਲਤ ਦੇ ਵਿੱਚ ਗੱਡੀ ਹੈ ਤੇ ਇਸ ਤਰ੍ਹਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ। ਇੱਕ ਆਮ ਫੀਟਰ ਰੇੜੇ ਦੀ ਨਿਆਈ ਤੁਹਾਨੂੰ ਨਜ਼ਰ ਆਉਂਦੀ ਹੈ, ਕਿਸ ਤਰ੍ਹਾਂ ਪੂਰੀ ਤਰ੍ਹਾਂ ਗਲ ਸੜ ਚੁੱਕੀ ਹੈ ਇਹ ਗੱਡੀ। 2011 ਤੋਂ ਜਿਹੜੀਆਂ ਗੱਡੀਆਂ ਦਿੱਤੀਆਂ ਗਈਆਂ, ਸਕੀਮ ਜਦੋਂ ਸ਼ੁਰੂ ਹੋਈ ਸੀਗੀ ਉਸ ਤੋਂ ਬਾਅਦ ਨਵੀਆਂ ਗੱਡੀਆਂ ਨਹੀਂ ਦਿੱਤੀਆਂ ਗਈਆਂ। ਇੱਥੋਂ ਤੱਕ ਕਿ ਗੱਡੀਆਂ ਦਾ ਬੀਮਾ ਤੱਕ ਵੀ ਹੈ ਨਹੀਂ। ਅਸੀਂ ਪੂਰੀ ਜਾਣਕਾਰੀ ਤੁਹਾਨੂੰ ਇਹਨਾਂ ਨਾਲ ਗੱਲ ਕਰਕੇ ਪੰਜਾਬ ਦੇ ਜਿਹੜੇ ਹੈਗੇ 108 ਐਂਬੂਲੈਂਸ ਜਿਹੜੀ ਹੈਗੀ ਆ ਐਸੋਸੀਏਸ਼ਨ ਬਣੀ ਹੈਗੀ ਆ, ਉਹਦੇ ਪ੍ਰਧਾਨ ਨੇ ਮਨਪ੍ਰੀਤ ਸਿੰਘ ਨਿੱਜਰ, ਅੰਦਰਲਾ ਹਾਲ ਤੁਹਾਨੂੰ ਦਿਖਾਉਣੇ 108 ਐਂਬੂਲੈਂਸ ਦੀ ਤਸਵੀਰ ਅੰਦਰਲੀ ਕੀ ਹੈਗੀ ਆ ਤੁਸੀਂ ਦੇਖ ਸਕਦੇ ਹੋ। ਥਾਂ ਤੋਂ ਜਿਹੜੀ ਗੱਡੀ ਹੈਗੀ ਆ ਉਹਦੀ ਆਹ ਹਾਲਤ ਬਣੀ ਪਈ ਆ। ਆ ਸਟ੍ਰੈਚਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਬਾੜ, ਜਿਵੇਂ ਇੱਕ ਕਬਾੜ ਲੱਦ ਕੇ ਜਿਹੜਾ ਹੈਗਾ ਉਹ ਲਿਆਂਦਾ ਹੁੰਦਾ ਹੈ, ਉਸ ਤਰੀਕੇ ਨਾਲ ਇਹ ਤੁਹਾਨੂੰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ। ਮਰੀਜ਼ ਜਦੋਂ ਮਰੀਜ਼ ਨੂੰ ਲਿਆਂਦਾ ਜਾਂਦਾ ਇਹ ਸਟ੍ਰੈਚਰ ਤੇ ਪਾਇਆ ਜਾਂਦਾ ਤੇ ਕਾਫੀ ਖਸਤਾ ਹਾਲ ਦੇ ਵਿੱਚ ਹੈ ਤੇ ਟੁੱਟ ਚੁੱਕਿਆ ਹੈ। ਇਸ ਤਰ੍ਹਾਂ ਦੇ ਹਾਲਾਤ ਜਿਹੜੇ ਹੈਗੇ ਆ, ਇਹ ਗੱਡੀ ਜਿਹੜੀ ਹੈਗੀ ਆ ਮਰੀਜ਼ ਨੂੰ ਐਮਰਜੈਂਸੀ ਸੇਵਾਵਾਂ ਦੇਣ ਲਈ ਪੰਜਾਬ ਸਰਕਾਰ ਵੱਲੋਂ 108 ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ। ਇੱਕ ਕਬਾੜ ਗੱਡੀ ਜਿਹੜੀ ਹੈਗੀ ਆ ਉਹ ਮਰੀਜ਼ਾਂ ਦੀ ਕਹਿੰਦੇ ਹੁੰਦੇ ਆ ਮਰੀਜ਼ਾਂ ਨੂੰ ਲੈ ਕੇ ਹਸਪੀਟਲ ਆਉਂਦੀ ਆ। ਤਸਵੀਰਾਂ ਤੁਹਾਨੂੰ ਦੇਖ ਸਕਦੇ ਹੋ। ਤਸਵੀਰਾਂ ਮਨਪ੍ਰੀਤ ਸਿੰਘ ਨਿੱਜਰ ਜਿਹੜੇ ਸੂਬਾ ਪ੍ਰਧਾਨ ਨੇ 108 ਐਂਬੂਲੈਂਸ ਐਸੋਸੀਏਸ਼ਨ ਦੇ ਉਹ ਦਿਖਾ ਰਹੇ ਨੇ। ਅਸੀਂ ਤੁਹਾਨੂੰ ਇਸ ਲਈ ਇਹ ਦਿਖਾ ਰਹੇ ਹੈਗੇ ਆ ਕਿਉਂਕਿ ਮਰੀਜ਼ਾਂ ਦੀ ਜਿਹੜੀ ਹੈਗੀ ਆ ਜ਼ਿੰਦਗੀ ਨਾਲ ਇਹ ਖਲਵਾੜ ਖੁਦ 108 ਐਂਬੂਲੈਂਸ ਗੱਡੀਆਂ ਕਰਦੀਆਂ, ਜਿੱਥੇ ਇਹਨਾਂ ਦੀ ਮਰੀਜ਼ਾਂ ਦੀ ਜਾਨ ਬਚਾਉਣ ਲਈ ਇਹ ਗੱਡੀਆਂ ਨੂੰ ਲਿਆਂਦਾ ਜਾਂਦਾ। ਦੇਖ ਸਕਦੇ ਹੋ ਇਹਦੀ ਖਿੜਕੀ ਵੀ ਚੰਗੀ ਤਰ੍ਹਾਂ ਬੰਦ ਨਹੀਂ ਹੁੰਦੀ, ਪੂਰੀ ਤਰ੍ਹਾਂ ਯਾਨੀ ਕਿ ਗਲ ਸੜ ਚੁੱਕੀ ਹੈ ਗੱਡੀ। ਇਹ ਕਬਾੜ ਦਾ ਜਿਹੜਾ ਹੈਗਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ। ਸਾਡੇ ਨਾਲ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਮਨਪ੍ਰੀਤ ਸਿੰਘ ਨਿੱਜਰ, ਉਹਨਾਂ ਨਾਲ ਗੱਲ ਕਰਾਂਗੇ। ਮਨਪ੍ਰੀਤ ਜੀ, ਅਸੀਂ ਦੇਖਦੇ ਹਾਂ 108 ਐਂਬੂਲੈਂਸ ਕਿਸ ਤਰ੍ਹਾਂ ਦੀ ਹਾਲਤ ਵਿੱਚ ਹੈ, ਕਿਉਂਕਿ ਪੰਜਾਬ ਸਰਕਾਰ ਨੇ ਇਹ ਸਕੀਮ ਸ਼ੁਰੂ ਕੀਤੀ ਸੀਗੀ। ਆਮ ਤੌਰ ਤੇ ਹਾਦਸੇ ਦਾ ਸ਼ਿਕਾਰ ਹੋਏ ਜਾਂ ਗੰਭੀਰ ਹਾਲਤ ਵਿੱਚ ਤੁਹਾਨੂੰ 108 ਤੇ ਬੰਦਾ ਫੋਨ ਕਰਦਾ ਹੈ, ਤੁਸੀਂ ਤੁਰੰਤ ਉਹਦੀ ਜ਼ਿੰਦਗੀ ਬਚਾਉਣ ਲਈ ਦੌੜ ਜਾਂਦੇ ਹੋ ਗੱਡੀਆਂ ਲੈ ਕੇ। ਪਰ ਗੱਡੀ ਦੀ ਹਾਲਤ ਕਿਸ ਤਰ੍ਹਾਂ ਤੁਹਾਨੂੰ ਅਸੀਂ ਦੇਖੀ ਹੈ, ਬਹੁਤ ਖਸਤਾ ਹਾਲਤ ਹੈ। ਇਹ ਕਿਉਂ ਹੈ? ਇਹ ਤੁਸੀਂ ਕਦੇ ਆਪਦੇ ਡਿਪਾਰਟਮੈਂਟ ਨੂੰ ਮੰਗ ਨਹੀਂ ਕੀਤੀ ਜੀ ਇਹਦੇ ਬਾਰੇ? ਹਾਂਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇੱਕ ਆਮ ਲੋਕਾਂ ਦੀ ਹੱਕ ਦੀ ਆਵਾਜ਼ ਲਈ ਤੁਸੀਂ ਅੱਜ ਇੱਥੇ ਪਹੁੰਚੇ ਹੋ। ਕਿਉਂਕਿ ਜੇ ਗੱਲ ਕਰ ਰਹੇ ਹਾਂ ਹੁਣ ਆਪਾਂ ਗੱਡੀਆਂ ਦੀ ਪ੍ਰੋਬਲਮ ਦੀ, ਇਸ ਦੇ ਲਈ ਅਸੀਂ ਆਪਣੇ
ਸੀਨੀਅਰ ਅਧਿਕਾਰੀਆਂ ਨੂੰ ਵਾਰ-ਵਾਰ ਦੱਸਿਆ ਜਾਂਦਾ ਹੈ ਜੀ ਗੱਡੀ ਦੇ ਵਿੱਚ ਇਸ ਤਰ੍ਹਾਂ ਦੀ ਆਹ ਪ੍ਰੋਬਲਮ ਆ ਰਹੀ ਆ, ਆਹ ਪ੍ਰੋਬਲਮ ਆ ਰਹੀ ਆ। ਉਹਨਾਂ ਦੇ ਵੱਲੋਂ ਇੱਕ ਕਿਹਾ ਜਾਂਦਾ ਜੀ ਅਸੀਂ ਆਪਣੇ ਉੱਪਰਲੇ ਸੀਨੀਅਰ ਅਧਿਕਾਰੀਆਂ ਨੂੰ ਦੱਸ ਦਿੱਤਾ ਆ, ਠੀਕ ਹੈ। ਪਰ ਇਸ ਚੀਜ਼ ਦੇ ਵਿੱਚ ਸਭ ਤੋਂ ਵੱਡੀ ਮੇਨ ਪ੍ਰੋਬਲਮ ਕੀ ਆ ਜੀ, ਇੱਕ ਜੋ 108 ਐਂਬੂਲੈਂਸ ਚਲਾ ਰਹੀ ਹੈ ZHL ਕੰਪਨੀ ਆ, ਜਿਹਨੂੰ ਟੋਟਲ ਲਗਭਗ 4 ਕਰੋੜ ਰੁਪਏ ਦਾ ਮੰਥਲੀ ਬਜਟ ਹੈਗਾ ਪੂਰੀਆਂ ਐਂਬੂਲੈਂਸ ਦਾ, 325 ਐਂਬੂਲੈਂਸ ਦਾ, ਜਿਹਦੇ ਵਿੱਚੋਂ ਲਗਭਗ 1.5 ਕਰੋੜ ਰੁਪਇਆ ਸਟਾਫ ਦੀ ਸੈਲਰੀ ਆ, 70 ਤੋਂ 80 ਲੱਖ ਰੁਪਇਆ ਉਹਨਾਂ ਨੂੰ ਫਿਊਲ ਦਾ ਮਿਲਦਾ ਆ ਵੀ, ਯਾਨੀ ਕਿ ਉਹ ਅੱਗੇ ਖਰਚਾ ਕਰਦੇ ਆ, ਤੇ 5 ਲੱਖ ਰੁਪਇਆ ਉਹਨਾਂ ਨੇ ਮੇਨਟੇਨੈਂਸ ਦਾ, ਗੱਡੀਆਂ ਦੀ ਰਿਪੇਅਰ ਦਾ ਖਰਚਾ ਕੱਢਿਆ ਟੋਟਲ, ਵੀ ਚਾਹੇ ਖਰਚਾ 10 ਲੱਖ ਹੋਵੇ ਚਾਹੇ 2 ਲੱਖ ਹੋਵੇ, ਠੀਕ ਹੈ। ਗੱਡੀਆਂ ਦੇ ਉੱਪਰ ਖਰਚਾ ਜ਼ਿਆਦਾ ਆਉਂਦਾ ਆ, ਪਰ ਜੋ ਉਹਨਾਂ ਨੇ ਮੇਨ ਰਿਪੇਅਰ ਕਰਨ ਵਾਲੇ ਇੰਚਾਰਜ ਲਾਏ, ਪੰਜਾਬ ਦੇ ਹੈੱਡ ਲਾਏ ਆ, ਉਹਨਾਂ ਨੂੰ ਇੱਕ ਲਿਮਟਿਡ ਪੈਸਾ ਦਿੱਤਾ ਜਾਂਦਾ ਵੀ ਤੁਸੀਂ ਇੰਨੇ ਦੇ ਵਿੱਚ ਕੰਮ ਕਰਵਾਉਣਾ, ਚਾਹੇ ਕਿਸੇ ਗੱਡੀ ਦਾ ਕੰਮ ਹੋਵੇ ਚਾਹੇ ਨਾ ਹੋਵੇ। ਉਸ ਤੋਂ ਅੱਗੇ ਜੇ ਗੱਲ ਕਰੀਏ ਆਪਾਂ, ਜੋ ਅਲੱਗ-ਅਲੱਗ ਖਰਚੇ ਕੱਟ ਕੇ ਕੰਪਨੀ ਲਗਭਗ 1.5 ਕਰੋੜ ਤੋਂ ਪਲੱਸ ਦਾ ਇੱਕ ਮੰਥ ਦਾ ਬਚਤ ਕੱਢ ਰਹੀ ਆ ਪੂਰੇ ਪੰਜਾਬ ਦੇ ਵਿੱਚੋਂ। ਇਸ ਕਰਕੇ ਸਾਡੇ ਸਟਾਫ ਵੱਲੋਂ ਉਹਨਾਂ ਨੂੰ ਵਾਰ-ਵਾਰ ਇਨਫੋਰਮ ਕੀਤਾ ਜਾ ਰਿਹਾ, ਪਰ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਰਿਪੇਅਰ ਨਹੀਂ ਕੀਤੀ ਜਾਂਦੀ। ਹੁਣ ਜਿਸ ਤਰ੍ਹਾਂ ਆਪਾਂ ਇਸ ਗੱਡੀ ਦੀ ਗੱਲ ਕਰ ਰਹੇ ਹਾਂ, ਠੀਕ ਹੈ, ਇਹ ਗੱਡੀ 2011 ਦੇ ਵਿੱਚ ਜਦੋਂ 108 ਐਂਬੂਲੈਂਸ ਸੇਵਾ ਸ਼ੁਰੂ ਹੋਈ ਸੀ, ਉਸ ਟਾਈਮ ਦੀ ਗੱਡੀ ਆਏ, ਠੀਕ ਹੈ ਜੀ। ਹੁਣ ਇਸ ਦੀ ਜਿਹੜੀ ਪਾਸਿੰਗ, ਇੰਸ਼ੋਰੈਂਸ, ਠੀਕ ਹੈ, ਤੇ ਦੂਸਰਾ ਸਭ ਕੁਝ ਖਤਮ ਹੋ ਚੁੱਕਿਆ ਆ ਲਗਭਗ ਪਿਛਲੇ 3 ਸਾਲ ਤੋਂ, ਠੀਕ ਹੈ। ਜਿਹਦੇ ਉੱਪਰ ਜੇ ਆਪਾਂ ਗੱਲ ਕਰ ਰਹੇ ਹਾਂ ਹੁਣ ਮੌਜੂਦਾ ਟਰਾਂਸਪੋਰਟ ਮੰਤਰੀ ਦੀ, ਉਹ ਬੱਸਾਂ ਦੇ ਉੱਪਰ ਬਹੁਤ ਨਿਗਰਾਨੀ ਰੱਖ ਰਹੇ ਆ, ਠੀਕ ਹੈ। ਪਰ ਇਹ ਵੀ ਗੱਡੀਆਂ ਇੱਕ ਸਰਕਾਰ ਦੀਆਂ ਬਿਨਾਂ ਟੈਕਸ ਭਰੇ, ਬਿਨਾਂ ਪ੍ਰਦੂਸ਼ਣ ਦੇ, ਬਿਨਾਂ ਬੀਮੇ ਦੇ, ਬਿਨਾਂ ਪਾਸਿੰਗ ਦੇ, ਠੀਕ ਹੈ, ਚੱਲ ਰਹੀਆਂ ਨੇ। ਠੀਕ ਹੈ, ਕੀ ਇਹਦਾ ਧਿਆਨ ਨਹੀਂ ਹੈਗਾ ਸਿਹਤ ਡਿਪਾਰਟਮੈਂਟ ਦਾ ਇਹਦੇ ਵੱਲ? ਕਿਉਂਕਿ ਇਹ ਜਦੋਂ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ ਸੀ 108, ਕਾਫੀ ਲੋਕਾਂ ਨੂੰ ਰਾਹਤ ਮਿਲੀ ਸੀ। ਤੁਹਾਡੇ ਜਿਹੜੇ ਮੁਲਾਜ਼ਮ ਹੈਗੇ ਆ ਬੜੀ ਸ਼ਿੱਦਤ ਦੇ ਨਾਲ, ਜਿਹੜੀ ਹੈਗੀ ਆ ਮਿਹਨਤ ਦੇ ਨਾਲ ਮਰੀਜ਼ਾਂ ਨੂੰ ਚੱਕ ਕੇ ਲੈ ਕੇ ਆਉਂਦੇ ਆ। ਪਰ ਇਹ ਜਿਹੜੀ ਹੁਣ ਇੱਕ ਆਪਾਂ ਹਾਲਤ ਦੇਖ ਰਹੇ ਹਾਂ ਇਸ ਗੱਡੀ ਦੀ, ਇਹ ਮਰੀਜ਼ ਨੂੰ ਐਮਰਜੈਂਸੀ ਹਸਪੀਟਲ ਲਿਆਉਣ ਲਈ ਇਹ ਹੈਗੀ ਆ ਆਪਦੇ ਖਰੀ ਉਤਰਦੀ ਹੈ ਜੀ। ਇਹ ਪਤਾ ਕੀ ਹੈ ਜੀ, ਸਾਡੇ ਸਟਾਫ ਨੂੰ ਇੰਨਾ ਕੁ ਜ਼ਿਆਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਸਾਡਾ ਸਟਾਫ ਜਿਹੜਾ ਕਿਸੇ ਵੀ ਪੁਰਾਣੀ ਐਂਬੂਲੈਂਸ ਦੇ ਉੱਪਰ ਜਾਂ ਨਵੀਂ ਦੇ ਉੱਪਰ ਡਿਊਟੀ ਤੇ ਹੈਗਾ, ਕਿਉਂਕਿ ਸਾਡੇ ਸਟਾਫ ਨੇ ਡਿਊਟੀ ਕਰਨੀ ਆ, ਉਹ ਡਿਊਟੀ ਦਾ ਪਾਬੰਦ ਹੈਗਾ। ਪਰ ਹੁਣ ਇਹਨੂੰ ਐਂਬੂਲੈਂਸ ਮਰੀਜ਼ ਨੂੰ ਲੈ ਕੇ ਜਾ ਰਹੀ ਆ ਜਾਂ ਲੈਣ ਜਾ ਰਹੀ ਆ, ਰਸਤੇ ਦੇ ਵਿੱਚ ਗੱਡੀ ਦੇ ਟਾਇਰ ਇੰਨੇ ਕੁ ਮਾੜੇ ਹੋਣ ਕਰਕੇ ਗੱਡੀ ਪੈਂਚਰ ਹੋ ਜਾਂਦੀ ਹੈ ਜਾਂ ਕੁਝ ਵੀ ਹੋ ਜਾਂਦਾ, ਉਸ ਸਮੇਂ ਪੇਸ਼ੈਂਟ ਦੇ ਜਿਹੜੇ ਹਾਲਾਤ ਗੰਭੀਰ ਹੋ ਜਾਂਦੇ ਆ। ਕਈ ਵਾਰੀ ਪੇਸ਼ੈਂਟ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਜੇਕਰ ਕੋਈ ਹੋਰ ਐਂਬੂਲੈਂਸ ਮੰਗਾਉਂਦੇ ਆ ਤਾਂ ਉਹਨੂੰ ਵੀ ਆਉਣ ਲਈ ਘੱਟੋ ਘੱਟ ਵੀ ਅੱਧਾ ਪੌਣੇ ਘੰਟੇ ਦਾ ਸਮਾਂ ਲੱਗ ਜਾਂਦਾ। ਕਈ ਵਾਰ ਐਂਬੂਲੈਂਸ ਨੇੜੇ ਫ੍ਰੀ ਨਾ ਹੋਣ ਕਰਕੇ ਉਹਨੂੰ ਆਪਣੇ ਪ੍ਰਾਈਵੇਟ ਵਹੀਕਲ 'ਤੇ ਅਰੇਂਜਮੈਂਟ ਕਰਕੇ ਜਾਣਾ ਪੈ ਸਕਦਾ ਆ, ਠੀਕ ਹੈ ਜੀ। ਉਸ ਤੋਂ ਅੱਗੇ ਹੁਣ ਇਹਦੇ ਲਈ ਸਰਕਾਰ ਨੇ ਪਿੱਛੇ 242 ਐਂਬੂਲੈਂਸਾਂ ਪੁਰਾਣੀਆਂ ਚੱਲ ਰਹੀਆਂ ਸੀ, ਜਿਨ੍ਹਾਂ ਦੇ ਵਿੱਚੋਂ ਕੁਛ ਚੇਂਜ ਕਰਤੀਆਂ। 50 ਐਂਬੂਲੈਂਸਾਂ ਇਸ ਦੇ ਨਾਲ ਦੀਆਂ ਅੱਜ ਵੀ ਬਿਨਾਂ ਇੰਸ਼ੋਰੈਂਸ ਤੋਂ, ਬਿਨਾਂ ਪਾਸਿੰਗ ਤੋਂ ਸੜਕਾਂ 'ਤੇ ਬਿਨਾਂ ਕਿਸੇ ਚੈਕਿੰਗ ਦੇ ਦੌੜ ਰਹੀਆਂ ਨੇ। ਇੱਕ ਸਪੀਡ ਜਿਹੜੀ ਹੈਗੀ ਆ, ਅਸੀਂ ਦੇਖਦੇ ਹਾਂ ਵੀ ਐਮਰਜੈਂਸੀ ਮਰੀਜ਼ ਵਾਸਤੇ ਤਾਂ ਜਦੋਂ ਸਾਇਰਨ ਹੈਗਾ, ਲਾਈਟ ਜਗਦੀ ਹੈਗੀ ਐਮਰਜੈਂਸੀ, ਤਾਂ ਕਿ ਉਹਨੂੰ ਰਸਤਾ ਦਿੱਤਾ ਜਾਵੇ, ਸਰਪਟ ਦੌੜਦੀਆਂ ਨੇ ਇਹ ਗੱਡੀਆਂ। ਪਰ ਇਹਦੀ ਕਈ ਵਾਰੀ ਦੇਖਿਆ ਸਪੀਡ 60 ਤੋਂ ਵੱਧ ਹੁੰਦੀ ਨਹੀਂ, ਕਿ ਕੰਪਨੀ ਵੱਲੋਂ ਕੋਈ ਕੰਡੀਸ਼ਨ ਲਾਈ ਗਈ ਹੈ ਜ਼ਿਆਦਾ ਗੱਡੀ ਨਹੀਂ ਭਜਾਉਣੀ। ਇਸ ਦੇ ਉੱਪਰ ਨਾ ਜਿਹੜੀ ਸਾਡੀ ਕੰਪਨੀ ਆ, ਉਹਨਾਂ ਨੇ ਇੱਕ ਸਾਨੂੰ ਇਹਦੀ ਐਵਰੇਜ ਦੇ ਉੱਪਰ ਬੜਾ ਤਕੜਾ ਡੰਡਾ ਸਾਡੇ ਉੱਪਰ ਲਟਕਾਇਆ ਹੋਇਆ ਵੀ ਤੁਸੀਂ ਇਸ ਐਂਬੂਲੈਂਸ ਦੀ 10 ਦੀ ਐਵਰੇਜ ਦੇਣੀ ਆ, ਦੂਸਰੇ ਮਾਡਲ ਦੀ 11 ਦੀ ਦੇਣੀ ਆ, ਤੀਸਰੇ ਮਾਡਲ ਦੀ 12 ਦੀ ਦੇਣੀ ਆ, ਠੀਕ ਹੈ। ਜੇਕਰ ਸਾਡਾ ਸਟਾਫ ਗੱਡੀ ਭਜਾਊਗਾ, ਠੀਕ ਹੈ, ਨੰਬਰ 1 ਇਸ ਦੀ ਕੰਪਨੀ ਵੱਲੋਂ, ਸਰਕਾਰ ਵੱਲੋਂ ਨਹੀਂ ਹੈਗੀ, ਕੰਪਨੀ ਵੱਲੋਂ 60 ਦੀ ਇੱਕ ਸਪੀਡ ਫਿਕਸ ਕੀਤੀ ਗਈ ਆ ਵੀ ਤੁਸੀਂ 60 ਤੋਂ ਉੱਪਰ ਗੱਡੀ ਭਜਾਉਣੀ ਹੀ ਨਹੀਂ। ਮਰੀਜ਼ ਮਰਦਾ ਮਰ ਜੇ, ਜੋ ਮਰਜ਼ੀ ਹੋ ਜੇ, ਕੰਪਨੀ ਨੂੰ ਇਸ ਨਾਲ ਕੋਈ ਮਤਲਬ ਨਹੀਂ। ਕੰਪਨੀ ਨੂੰ ਸਿਰਫ ਆਪਣਾ ਤੇਲ ਬਚਾਉਣ ਤੱਕ, ਪੈਸਾ ਬਚਾਉਣ ਤੱਕ ਮਤਲਬ ਆ, ਠੀਕ ਹੈ। ਜੇਕਰ ਜ਼ਿਆਦਾ ਵੀ ਪੇਸ਼ੈਂਟ ਸੀਰੀਅਸ ਹੋਣ ਦੇ ਬਾਵਜੂਦ ਸਾਡੇ ਸਟਾਫ ਵੱਲੋਂ ਹੈੱਡ ਆਫਿਸ ਇਨਫੋਰਮ ਕੀਤਾ ਜਾਂਦਾ ਹੈ ਤਾਂ ਉਹ ਸਾਨੂੰ ਵੱਧ ਤੋਂ ਵੱਧ 70 ਦੀ ਸਪੀਡ ਦਿੰਦੇ ਆ। 70 ਦੀ ਸਪੀਡ ਦੇਣ ਤੋਂ ਬਾਅਦ ਉਹ ਕਹਿੰਦੇ ਵੀ ਇਸ ਤੋਂ ਉੱਪਰ ਤੁਸੀਂ ਗੱਡੀ ਨਹੀਂ ਚਲਾਉਣੀਗੀ। ਕਹਿਣ ਦਾ ਮਤਲਬ ਹੈ ਵੀ ਪੇਸ਼ੈਂਟ ਜਿਹੜਾ ਹੈਗਾ ਇਹਦੇ ਵਿੱਚ 108 'ਚ ਸਿਹਤ ਸੇਵਾਵਾਂ ਲਈ ਸੁਰੱਖਿਅਤ ਨਹੀਂ ਹੈ। ਬਿਲਕੁਲ ਸੁਰੱਖਿਅਤ ਨਹੀਂ ਗਾ ਜੀ, ਕਿਉਂਕਿ ਪੇਸ਼ੈਂਟ ਦੀ ਕੰਡੀਸ਼ਨ ਆ, ਦਫ਼ਤਰ ਬੈਠਾ ਜੋ ਵੀ ਕੋਈ ਮੁਲਾਜ਼ਮ ਹੈਗਾ ਉਹਨੂੰ ਨਹੀਂ ਪਤਾ ਪੇਸ਼ੈਂਟ ਕਿਸ ਕੰਡੀਸ਼ਨ ਦੇ ਵਿੱਚ ਆ, ਪੇਸ਼ੈਂਟ ਕਿਸ ਪ੍ਰੋਬਲਮ ਦਾ ਲੈ ਕੇ ਜਾਇਆ ਜਾ ਰਿਹਾ ਆ। ਉਹਨਾਂ ਨਾਲੋਂ ਤਾਂ ਬਸ ਇੱਕੋ ਹੀ ਆ ਜੀ, ਤੁਸੀਂ ਵੱਧ ਤੋਂ ਵੱਧ 70 ਤੇ ਗੱਡੀ ਲਿਜਾ ਸਕਦੇ ਜੀ। ਇਸ ਦੇ ਅਕੋਰਡਿੰਗ ਤੁਸੀਂ ਪੇਸ਼ੈਂਟ ਆਪਣਾ ਅਗਲੇ ਜਿਹੜਾ ਹੈਗਾ ਸਿਵਲ ਹਸਪੀਟਲ ਜਾ ਕੇ ਤੁਸੀਂ ਡ੍ਰੌਪ ਕਰ ਦਿਓ। ਉਸ ਤੋਂ ਅੱਗੇ ਜੇ ਗੱਲ ਕਰੀਏ ਸਿਹਤ ਸਹੂਲਤਾਂ ਦੇ ਵਿੱਚ, ਹੁਣ ਮੈਡੀਸਨ ਦੀ ਪਿਛਲੇ ਲੰਮੇ ਸਮੇਂ ਤੋਂ ਸਾਡੀਆਂ ਐਂਬੂਲੈਂਸਾਂ ਦੇ ਵਿੱਚ ਜੋ ਮੈਡੀਸਨ ਪਹਿਲਾਂ ਆ ਰਹੀ ਸੀ ਪੇਸ਼ੈਂਟ ਦੀ ਫਸਟ ਏਡ ਲਈ, ਠੀਕ ਹੈ, ਜੋ ਇੰਜੈਕਸ਼ਨ ਆਉਂਦੇ ਸੀ, ਜੋ ਟੈਬਲੇਟ ਆਉਂਦੀਆਂ ਸੀਗੀਆਂ, ਉਹ ਵੀ ਨਹੀਂ ਪਹੁੰਚਾਈਆਂ ਜਾ ਰਹੀਆਂ। ਹੁਣ ਸਿਰਫ ਇੱਕ ਐਜ਼ ਏ ਕਹਿ ਲਈਏ, ਠੀਕ ਹੈ,
ਵੀ ਪੱਟੀਆਂ, ਬੀਟਾਡੀਨ ਤੇ ਗਲਵਜ਼ ਵਗੈਰਾ ਹੀ ਆ ਰਹੇ ਆ। ਉਸ ਤੋਂ ਇਲਾਵਾ ਮੈਡੀਸਨ ਦੇ ਵਿੱਚ ਗੱਲ ਕਰੀਏ ਤਾਂ ਸਾਡੀਆਂ ਗੱਡੀਆਂ ਦੇ ਵਿੱਚ ਮੈਡੀਸਨ ਨਾ ਮਾਤਰ ਆ। ਇੱਕ ਸਟਾਫ ਜਿਹੜਾ ਨਾਲ ਤੁਹਾਡੇ ਇੱਕ ਸਟਾਫ ਜਿਹੜਾ ਨਿਯੁਕਤ ਕੀਤਾ ਗਿਆ ਸੀਗਾ ਉਹਦੀ ਵੀ ਘਾਟ ਹੈਗੀ ਹੈ, ਕਿਉਂਕਿ ਇੱਕ ਜਿਹੜਾ ਸਪੈਸ਼ਲਿਸਟ ਤੁਹਾਡੇ ਨਾਲ ਪੇਸ਼ੈਂਟ ਨੂੰ ਲਿਆਉਣ ਵਾਸਤੇ ਹੁੰਦਾ ਸੀ, ਕਈ ਗੱਡੀਆਂ ਦੇ ਵਿੱਚ ਦੇਖਿਆ ਵੀ ਨਜ਼ਰ ਹੀ ਨਹੀਂ ਆ ਰਿਹਾ ਉਹ ਸਟਾਫ। ਇਸ ਤਰ੍ਹਾਂ ਜੀ ਪਹਿਲਾਂ ਹੀ ਸਟਾਫ ਦੀ ਕੰਪਨੀ ਤੋਂ ਸ਼ੁਰੂ ਤੋਂ ਹੀ ਸ਼ੋਰਟੇਜ ਰਹੀ ਆ। 2020 ਦੇ ਵਿੱਚ ਸਤੰਬਰ ਦੇ ਮਹੀਨੇ ਦੇ ਵਿੱਚ ਪੰਜਾਬ ਸਰਕਾਰ ਨੇ 108 ਐਂਬੂਲੈਂਸ ਦੇ ਵਿੱਚ ਵਾਅਦਾ ਕੀਤਾ ਸੀਗਾ। ਉਸ ਸਮੇਂ ਜਿਹੜਾ ਹੈਗਾ ਸੀ ਕੰਪਨੀ ਵੱਲੋਂ ਸਾਡੇ EMT 1 ਤੋਂ 2 ਐਂਬੂਲੈਂਸਾਂ ਚਲਵਾਈਆਂ ਸੀ। ਜਿਵੇਂ ਇੱਕ ਐਂਬੂਲੈਂਸ ਇਸ ਜਗ੍ਹਾ ਮਲੋਟ ਸਿਵਲ ਹਸਪੀਟਲ ਦੇ ਵਿੱਚ ਐਗਜ਼ਾਮਪਲ ਤੌਰ ਤੇ 2 ਐਂਬੂਲੈਂਸਾਂ ਲਗਾ ਦਿੱਤੀਆਂ ਜਾਣ, ਇੱਕ ਨੂੰ ਦਿਨੇ ਚਲਾਇਆ ਜਾਵੇ, ਦੂਸਰੀ ਨੂੰ ਰਾਤ ਨੂੰ ਚਲਾਇਆ ਜਾਵੇ। ਠੀਕ ਹੈ, ਉਹ ਗੱਡੀ ਚੱਲਦੀ ਹੋਣ ਦੇ ਬਾਵਜੂਦ ਵੀ ਉਸ ਦੇ ਉੱਪਰ ਕੇਸ ਨਹੀਂ ਲਾਇਆ ਜਾਂਦਾ ਸੀ, ਕਿਸੇ ਨੂੰ ਪੇਸ਼ੈਂਟ ਨਹੀਂ ਲਿਜਾਇਆ ਜਾਂਦਾ ਸੀਗਾ। ਪਰ ਸਰਕਾਰ ਤੋਂ ਕੰਪਨੀ ਨੇ ਸਾਰੀਆਂ ਐਂਬੂਲੈਂਸਾਂ ਦੇ ਪੈਸੇ ਵਸੂਲ ਕੀਤੇ ਆ। ਉਹ ਪੈਸਾ ਸਾਰਾ ਕੰਪਨੀ ਨੇ ਆਪਣੇ ਕੋਲੇ ਬਚਾਇਆ, ਨਾ ਤਾਂ ਸਾਡੇ ਸਟਾਫ ਨੂੰ ਉਸ ਦਾ ਓਵਰਟਾਈਮ ਦਿੱਤਾ ਆ ਤੇ ਨਾ ਹੀ ਕੰਪਨੀ ਨੂੰ ਪੈਸਾ, ਸਰਕਾਰ ਨੇ ਕੰਪਨੀ ਤੋਂ ਪੈਸਾ ਘੱਟ ਦਿੱਤਾ ਆ। ਉਹਨਾਂ ਆਪਣਾ ਪੈਸਾ ਵਸੂਲ ਕਰ ਲਿਆ ਪਰ ਸਾਡੇ ਸਟਾਫ ਨੂੰ ਨਹੀਂ ਮਿਲਿਆਗਾ। ਖੜੀਆਂ ਐਂਬੂਲੈਂਸਾਂ ਦਾ ਪੈਸਾ ਸਰਕਾਰ ਤੋਂ ਕੰਪਨੀ ਨੇ ਵਸੂਲ ਕਰ ਲਿਆ। ਸਰਕਾਰ ਦਾ ਇਸ ਉੱਪਰ ਕੋਈ ਧਿਆਨ ਨਹੀਂ ਹੈਗਾ ਵੀ ਸਾਡੇ ਤੋਂ ਕਿਸ ਤਰ੍ਹਾਂ ਪੈਸਾ ਲਿਜਾਇਆ ਜਾ ਰਿਹਾ ਆ, ਉਹ ਕਿੱਥੇ ਵਰਤਿਆ ਜਾ ਰਿਹਾ, ਮੁਲਾਜ਼ਮਾਂ ਤੱਕ ਸਹੀ ਪਹੁੰਚ ਰਿਹਾ ਜਾਂ ਨਹੀਂ ਪਹੁੰਚ ਰਿਹਾ। ਇੱਕ ਕਹਿੰਦੇ ਪੰਜਾਬ ਦੇ ਵਿੱਚ ਸੱਤਾ ਦੀ ਤਬਦੀਲੀ, ਸੱਤਾ ਦੀ ਕਹਿਣ ਦਾ ਮਤਲਬ ਮੁੱਖ ਮੰਤਰੀ ਬਦਲ ਦਿੱਤਾ ਗਿਆ। ਕਹਿੰਦੇ ਜਿਹੜੇ ਪਹਿਲਾਂ ਮੁੱਖ ਮੰਤਰੀ ਸੀ ਉਹਨੂੰ ਕਾਂਗਰਸ ਪਾਰਟੀ ਨੇ ਕਈ ਆਪਦੇ ਮੁੱਖ ਮੰਤਰੀ ਤੇ ਸਵਾਲ ਉਠਾਏ, ਕੈਪਟਨ ਅਮਰਿੰਦਰ ਸਿੰਘ ਤੇ। ਹੁਣ ਨਵੇਂ ਮੁੱਖ ਮੰਤਰੀ ਆਏ ਨੇ ਚਰਨਜੀਤ ਸਿੰਘ ਚੰਨੀ, ਕਾਫੀ ਦਾਅਵੇ ਵਾਅਦੇ ਕੀਤੇ ਉਹਨਾਂ ਨੇ। ਤੁਹਾਨੂੰ ਲੱਗਦਾ ਹੈ ਵੀ 108 ਦੀ ਵੀ ਹਾਲਤ ਸੁਧਾਰਨਗੇ ਚਰਨਜੀਤ ਸਿੰਘ ਚੰਨੀ? ਮਾਨਯੋਗ ਮੁੱਖ ਮੰਤਰੀ ਚਰਨਜੀਤ ਚੰਨੀ ਜੀ ਨੂੰ ਅਸੀਂ ਲਗਭਗ 9 ਤੋਂ 10 ਵਾਰ ਮੰਗ ਪੱਤਰ ਦੇ ਚੁੱਕੇ ਹਾਂ। ਠੀਕ ਹੈ ਜੀ, ਉਹਨਾਂ ਵੱਲੋਂ ਸਾਡਾ ਮੰਗ ਪੱਤਰ ਲੈ ਕੇ ਸਾਡੀਆਂ ਮੰਗਾਂ ਦੇ ਉੱਪਰ ਹੱਲ ਕਰਨ ਦਾ ਭਰੋਸਾ ਦਿੱਤਾ ਜਾਂਦਾ ਆ। ਠੀਕ ਹੈ ਜੀ, ਮਾਨਯੋਗ ਸਿਹਤ ਮੰਤਰੀ OP ਸੋਨੀ ਜੀ ਨੂੰ ਅਸੀਂ ਲਗਭਗ 7-8 ਵਾਰ ਮਿਲ ਚੁੱਕੇ ਹਾਂ, ਮੰਗ ਪੱਤਰ ਦੇ ਚੁੱਕੇ ਹਾਂ। ਉਹਨਾਂ ਨੇ ਵੀ ਸਾਨੂੰ ਇਸ ਚੀਜ਼ ਦਾ ਭਰੋਸਾ ਦਿੱਤਾ ਆ, ਪਰ ਹਜੇ ਇਸ ਚੀਜ਼ ਦਾ ਕੋਈ ਹੱਲ ਨਹੀਂ ਕੱਢਿਆ ਗਿਆ। ਠੀਕ ਹੈ ਜੀ, ਵੈਸੇ ਆਪਾਂ ਸਰਕਾਰ ਦੇ ਵਿੱਚ ਮੌਜੂਦਾ ਮੰਤਰੀਆਂ ਤੇ ਵਿਧਾਇਕਾਂ ਦੀ ਗੱਲ ਕਰੀਏ ਤਾਂ ਤਕਰੀਬਨ ਅਸੀਂ ਅੱਧੀ ਸਰਕਾਰ ਨੂੰ ਆਪਣੇ ਮੰਗ ਪੱਤਰ ਦੇ ਚੁੱਕੇ ਹਾਂ। ਪਰ 108 ਐਂਬੂਲੈਂਸ ਸੇਵਾ ਹੈਗੀ ਆ ਜਿਹੜੀ, ਇਸ ਦੇ ਬਾਰੇ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ, ਕਿਉਂਕਿ ਕਰੋਨਾ ਦੇ ਵਿੱਚ ਫਰੰਟ ਲਾਈਨ ਦੇ ਉੱਪਰ ਸਾਡੇ ਸਟਾਫ ਨੇ ਕੰਮ ਕੀਤਾ ਵਿਦਆਊਟ PP ਕਿੱਟਾਂ ਦੀ। ਇਹ PP ਕਿੱਟਾਂ ਉਸ ਸਮੇਂ ਮੌਜੂਦਾ ਜਿਹੜੀ ਕਾਂਗਰਸ ਸਰਕਾਰ ਸੀ ਉਸ ਤੋਂ ਮੁਹੱਈਆ ਨਹੀਂ ਕਰਵਾਈਆਂ ਗਈਆਂ। ਠੀਕ ਹੈ, ਖਾਲਸਾ ਐਡ ਨੇ ਸਾਨੂੰ PP ਕਿੱਟਾਂ ਮੁਹੱਈਆ ਕਰਾਈਆਂ ਸਭ ਤੋਂ ਪਹਿਲਾਂ। ਜਦੋਂ ਦੇਖਿਆ ਸਰਕਾਰ ਦੀ ਇਸ ਦੇ ਵਿੱਚ ਥੂ ਹੋ ਰਹੀ ਆ ਵੀ ਸਾਡਾ ਜਿਹੜਾ ਸਿਹਤ ਮਹਿਕਮੇ ਦੇ ਵਿੱਚ ਸਭ ਤੋਂ ਫਰੰਟ ਦੇ ਉੱਪਰ ਪੇਸ਼ੈਂਟ ਦੇ ਕੋਲ 108 ਐਂਬੂਲੈਂਸ ਜਾ ਰਹੀ ਆ, ਉਹ ਵਿਦਆਊਟ PP ਕਿੱਟਾਂ ਦੇ ਪੇਸ਼ੈਂਟ ਲੈ ਕੇ ਹਸਪੀਟਲ ਜਾ ਰਿਹਾ। ਉਸ ਤੋਂ ਬਾਅਦ ਪੇਸ਼ੈਂਟ ਜਿਹੜਾ ਡਾਕਟਰਾਂ ਕੋਲੇ, ਸਟਾਫ ਨਰਸਾਂ ਕੋਲੇ ਪਹੁੰਚਦਾ ਸੀਗਾ, ਕਿਉਂਕਿ ਉਹਨਾਂ ਕੋਲ PP ਕਿੱਟਾਂ ਆ ਗਈਆਂ ਸੀ, ਸਾਡੇ ਕੋਲ PP ਕਿੱਟਾਂ ਨਹੀਂ ਆਈਆਂ ਸੀਗੀਆਂ। ਅਸੀਂ ਕਰੋਨਾ ਦੇ ਵਿੱਚ ਫਰੰਟ ਲਾਈਨ ਤੇ ਕੰਮ ਕੀਤਾ, ਪਰ ਉਸ ਦੇ ਵਿੱਚ ਸਾਡਾ ਕਿਸੇ ਤਰ੍ਹਾਂ ਦਾ ਨਾ ਤਾਂ ਕੋਈ ਵਾਅਦਾ ਕੀਤਾ ਗਿਆ ਤੇ ਨਾ ਹੀ ਉਸ ਦਾ ਸਾਨੂੰ ਸਰਕਾਰ ਨੇ ਕੋਈ ਬੈਨੀਫਿਟ ਦਿੱਤਾ, ਕਿਉਂਕਿ ਸਰਕਾਰ ਨੇ ਇੱਕ ਵਾਅਦਾ ਕੀਤਾ ਸੀਗਾ ਵੀ ਕਰੋਨਾ ਦੀ ਜੰਗ ਜਿੱਤਣ ਤੋਂ ਬਾਅਦ ਹੈਲਥ ਡਿਪਾਰਟਮੈਂਟ ਦੇ ਸਾਰੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਊਗਾ। ਇਹ ਇੱਕ ਸਿਰਫ ਵਾਅਦਾ ਹੀ ਰਹਿ ਗਿਆ, ਪਰ ਉਹਦੇ ਉੱਪਰ ਸਰਕਾਰ ਨੇ ਖਰੀ ਨਹੀਂ ਉਤਰੀ ਗਈ। ਇੱਕ ਜਦੋਂ ਪਹਿਲਾਂ ਇਹ ਐਂਬੂਲੈਂਸ ਸ਼ੁਰੂ ਕੀਤੀ ਸੇਵਾ, ਕਿਉਂਕਿ ਅਕਾਲੀ ਭਾਜਪਾ ਸਰਕਾਰ ਸੀ, ਉਹਨਾਂ ਨੇ ਤਸਵੀਰਾਂ ਲਾਤੀਆਂ ਸੀ ਮੁੱਖ ਮੰਤਰੀ ਉਸ ਵੇਲੇ ਦੇ ਪ੍ਰਕਾਸ਼ ਸਿੰਘ ਬਾਦਲ ਦੀਆਂ ਤਸਵੀਰਾਂ ਲੱਗੀਆਂ ਸੀ, ਜਦੋਂ ਬਾਅਦ 'ਚ ਸਿਆਸੀ ਰੌਲਾ ਰੱਪਾ ਪਿਆ ਵੀ ਬੈਨੀਫਿਟ ਲੈ ਰਿਹਾ, ਉਹ ਲਾ ਦਿੱਤੀਆਂ ਗਈਆਂ। ਤੇ ਜੇ ਅੱਜ ਤਸਵੀਰ ਲੱਗੀ ਹੁੰਦੀ ਮੁੱਖ ਮੰਤਰੀ ਦੀ ਤਾਂ ਉਹਨੂੰ ਆਪਣੇ ਆਪ ਹੀ ਮਹਿਸੂਸ ਹੋਣਾ ਸੀ ਵੀ ਕਿਸ ਤਰ੍ਹਾਂ ਦੀਆਂ ਖਟਾਰਾ ਗੱਡੀਆਂ, ਇਹਦਾ ਬੈਨੀਫਿਟ ਨਹੀਂ ਸੀ ਮਿਲਣਾ, ਕਿਉਂਕਿ ਬਾਦਲ ਸਰਕਾਰ ਚਲੀ ਗਈ ਸੀ, ਹੁਣ ਕੈਪਟਨ ਸਰਕਾਰ ਆ ਗਈ ਸੀ। ਤਸਵੀਰਾਂ ਲੱਗਣ ਨਾਲ ਨਹੀਂ ਸੀ ਉਹਨਾਂ ਨੂੰ ਮਾੜੀ ਮੋਟੀ ਸ਼ਰਮ ਮਹਿਸੂਸ ਹੁੰਦੀ ਵੀ ਗੱਡੀਆਂ ਕਿਸ ਹਾਲਤ ਦੇ ਵਿੱਚ ਹੈ? ਗੱਲ ਪਤਾ ਕੀ ਆ ਜੀ, ਜਿਸ ਤਰ੍ਹਾਂ ਤੁਸੀਂ ਤਸਵੀਰਾਂ ਦੀ ਗੱਲ ਕੀਤੀ ਆ, ਸਭ ਤੋਂ ਪਹਿਲਾਂ ਆਪਣੇ ਪੰਜਾਬ ਦੇ ਵਿੱਚ ਔਰ ਇੰਡੀਆ ਦੇ ਵਿੱਚ ਸਿਸਟਮ ਐਡਾ ਕੁ ਜ਼ਿਆਦਾ ਗੰਦਾ ਹੋ ਚੁੱਕਿਆ ਆ ਵੀ ਹਰੇਕ ਡਿਪਾਰਟਮੈਂਟ ਦੇ ਵਿੱਚ ਠੇਕੇਦਾਰੀ ਸਿਸਟਮ ਵਾੜੀ ਆ। ਜੇਕਰ ਬਾਦਲ ਸਰਕਾਰ ਦੀ ਗੱਲ ਕਰੀਏ, ਉਸ ਸਮੇਂ ਇਹਨਾਂ ਨੂੰ ਰੈਗੂਲਰ ਕਰਦੀ, ਸਾਨੂੰ ਅੱਜ ਰੋਣੇ ਨਾ ਰੋਣੇ ਪੈਂਦੇ, ਸਾਨੂੰ ਅੱਜ ਧਰਨੇ ਨਾ ਲਾਉਣੇ ਪੈਂਦੇ। ਠੀਕ ਹੈ, ਇਹ ਸਿਸਟਮ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਹੱਥ ਨਾ ਜਾਂਦਾ, ਨਾ ਪੰਜਾਬ ਸਰਕਾਰ ਦੇ ਖਜ਼ਾਨੇ ਦੀ ਲੁੱਟ ਹੁੰਦੀ। ਪਰ ਉਹਨਾਂ ਦੇ ਤਸਵੀਰਾਂ ਦੇ ਉੱਤੇ ਜੋ ਵੀ ਵਿਵਾਦ ਹੋਏ ਆ, ਉਸ ਤੋਂ ਬਾਅਦ ਬਾਦਲ ਸਰਕਾਰ ਵੀ ਸੀਗੀ, ਕਾਂਗਰਸ ਸਰਕਾਰ ਵੀ ਆ ਗਈ, ਕਿਸੇ ਸਰਕਾਰ ਦਾ ਇਸ ਦੇ ਉੱਪਰ ਕੋਈ ਧਿਆਨ ਨਹੀਂ ਗਾ ਵੀ ਹੈਲਥ ਡਿਪਾਰਟਮੈਂਟ ਦੇ ਉੱਪਰ ਵੀ ਅਸੀਂ ਕੁਛ ਨਾ ਕੁਛ ਕਰਕੇ ਇਹਨਾਂ ਮੁਲਾਜ਼ਮਾਂ ਨੂੰ ਪੱਕੇ ਕਰਦੀ ਹਾਂ। ਮੁਲਾਜ਼ਮ ਵਰਗ ਬਹੁਤ ਜ਼ਿਆਦਾ ਦੁਖੀ ਆ। ਹਾਂਜੀ, ਹੁਣ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਹੋ, ਚਰਨਜੀਤ ਸਿੰਘ ਚੰਨੀ ਨੂੰ ਇਹ ਦੱਸੀ ਹੈ ਹਾਲਤ ਜਿਹੜੀ ਹੈਗੀ ਆ, ਤੁਹਾਡੀਆਂ ਜਿਹੜੀਆਂ ਮੰਗਾਂ ਨੇ ਮੇਨ ਜਿਹੜੀਆਂ ਮੁਲਾਜ਼ਮਾਂ ਨਾਲ ਸੰਬੰਧਿਤ ਹੋਣ, ਉਹਨਾਂ ਨੂੰ 2011 ਤੋਂ ਇਹ ਸੇਵਾਵਾਂ ਨਿਭਾ ਰਿਹਾ ਹੈ, ਰੈਗੂਲਰ ਕਰਨ ਦੀ ਮੰਗ ਹੈ ਜਾਂ ਹੋਰ ਹੈ? ਕੀ ਮੰਗਾਂ ਨੇ, ਮਿਲੇ ਹੋ ਤੁਸੀਂ? ਅਸੀਂ ਜੀ ਮਾਨਯੋਗ ਮੁੱਖ ਮੰਤਰੀ ਜੀ ਨੂੰ, ਮਾਨਯੋਗ ਸਿਹਤ ਮੰਤਰੀ ਜੀ ਨੂੰ ਇਹ ਅਪੀਲ ਕਰਦੇ ਹਾਂ ਵੀ ਜੋ ਵੀ ਪੰਜਾਬ ਦੇ ਵਿੱਚ 108 ਐਂਬੂਲੈਂਸ ਨੂੰ ਬੰਬੇ ਦੀ ਕੰਪਨੀ ਪੰਜਾਬ 'ਚ ਆ ਕੇ ਚਲਾ ਰਹੀ ਹੈ, ਨੰਬਰ 1 ਤਾਂ ਜਿਹੜੇ
ਜੋ ਵੀ ਸਾਡੇ ਹੈੱਡ ਇੰਚਾਰਜ ਨੇ, ਕਿਉਂਕਿ ਪੰਜਾਬ ਦੇ ਸਿਸਟਮ ਨੂੰ ਮੇਨ ਗੱਲ ਆ ਸਭ ਤੋਂ ਪਹਿਲਾਂ ਪੰਜਾਬ ਦਾ ਬੰਦਾ ਚਲਾਉਣ ਵਾਲਾ ਚਾਹੀਦਾ ਆ। ਅਦਰ ਸਟੇਟਾਂ ਵਾਲੇ ਆ ਕੇ ਸਾਡੇ ਪੰਜਾਬ ਦੇ ਉੱਪਰ ਪੰਜਾਬੀਆਂ ਦੇ ਉੱਪਰ ਇੰਨੀ ਮਾੜੀ ਭਾਸ਼ਾ ਵਰਤਦੇ ਆ ਵੀ ਡਾਇਰੈਕਟ ਜਿਵੇਂ ਕਹ ਲਈਏ ਕਿ ਮਾਵਾਂ ਭੈਣਾਂ ਦੀਆਂ ਗਾਲਾਂ ਤੱਕ ਕੱਢਦੇ ਆ ਜੀ। ਠੀਕ ਹੈ ਜੀ, ਉਹ ਸਿਸਟਮ ਨੂੰ ਬਾਹਰ ਕੱਢਣਾ ਚਾਹੀਦਾ। ਪੰਜਾਬ ਦਾ ਸਿਸਟਮ ਪੰਜਾਬ ਦੇ ਹੱਥਾਂ ਦੇ ਵਿੱਚ ਹੋਣਾ ਚਾਹੀਦਾ ਆ। ਸੈਕੰਡਲੀ ਗੱਲ ਕਰੀਏ ਕੰਪਨੀ ਦੀ, ਇਹ ਪ੍ਰੋਜੈਕਟ ਜੋ 4 ਕਰੋੜ ਦਾ ਪਰ ਮੰਥ ਦਾ ਚੱਲ ਰਿਹਾ ਆ, ਇਹਦੇ ਬਜਟ ਬਾਰੇ ਤੁਹਾਨੂੰ ਮੈਂ ਤਕਰੀਬਨ ਦੱਸ ਹੀ ਚੁੱਕਿਆ ਹਾਂ ਵੀ 70 ਤੋਂ 80 ਲੱਖ ਰੁਪਏ ਪਰ ਮੰਥ ਡੀਜ਼ਲ ਆ, ਲਗਭਗ 1.5 ਕਰੋੜ ਦੀ ਸਟਾਫ ਦੀ ਸੈਲਰੀ ਆ। ਠੀਕ ਹੈ, ਉਸ ਤੋਂ ਅੱਗੇ ਜੇ ਕੁਝ ਹੋਰ ਖਰਚਿਆਂ ਦੀ ਗੱਲ ਕਰੀਏ, ਜੋ ਸਾਡੇ ਮੇਨ ਸੀਨੀਅਰ ਅਧਿਕਾਰੀ ਆ ਉਹਨਾਂ ਦੀ 1.25 ਲੱਖ ਰੁਪਏ ਪਰ ਮੰਥ ਦੀ ਸੈਲਰੀ ਆ, ਸਾਡੇ ਮੁਲਾਜ਼ਮ ਦੀ ਜਿਹੜੀ 10,000 ਵੀ ਪੂਰੀ ਨਹੀਂ ਮਿਲਦੀ। ਠੀਕ ਹੈ, ਉਸ ਤੋਂ ਥੱਲੇ ਜੇ ਆਪਰੇਸ਼ਨ ਮੈਨੇਜਰ ਦੀ ਗੱਲ ਕਰੀਏ, ਇੱਕ ਦੀ ਸੈਲਰੀ ਤਕਰੀਬਨ 70 ਤੋਂ 80 ਹਜ਼ਾਰ ਰੁਪਏ ਹੈਗੀ ਆ, ਦੂਸਰੇ ਦੀ ਸੈਲਰੀ 60,000 ਰੁਪਏ ਹੈਗੀ ਆ। HR ਹੈਡ ਦੀ ਗੱਲ ਕਰੀਏ 1.25 ਲੱਖ ਪਲੱਸ ਸੈਲਰੀ ਆ। HR ਛੋਟੇ ਦੀ ਗੱਲ ਕਰੀਏ ਤਾਂ ਲੱਖ ਰੁਪਏ ਸੈਲਰੀ ਆ। ਹੁਣ ਉਹਨਾਂ ਦਾ ਸਾਲਾਨਾ ਇਨਕਰੀਮੈਂਟ ਜਿਹੜਾ ਹੈਗਾ ਆ ਰੈਗੂਲਰ ਲੱਗ ਰਿਹਾ। ਸਾਡੇ ਮੁਲਾਜ਼ਮਾਂ ਦਾ ਸਾਲਾਨਾ ਇਨਕਰੀਮੈਂਟ ਕੰਪਨੀ ਕੋਈ ਨਹੀਂ ਲਾ ਰਹੀ। ਸਾਨੂੰ ਸਿਰਫ ਜਿਹੜਾ ਪੰਜਾਬ ਸਰਕਾਰ ਵੱਲੋਂ ਮਿਨੀਮਮ ਵੇਜ ਦੇ ਅਕੋਰਡਿੰਗ ਜੇ ਸੈਲਰੀ ਵਧੀ ਅੱਜ ਤੱਕ ਤਾਂ ਉਹ ਵਧੀਆ, ਕੰਪਨੀ ਵੱਲੋਂ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਸਾਲਾਨਾ ਵਾਧਾ ਨਹੀਂ ਦਿੱਤਾ ਗਿਆ, ਜਿਹਦੀ ਕਿ ਅਸੀਂ ਡਿਮਾਂਡ ਕਰਦੇ ਹਾਂ ਵੀ ਚਲੋ ਸਾਨੂੰ 10% ਦੇ ਹਿਸਾਬ ਦੇ ਨਾਲ ਸਾਲਾਨਾ ਵਾਧਾ ਮਿਲਣਾ ਚਾਹੀਦਾ ਸੀਗਾ। ਹੁਣ ਕੰਪਨੀ ਨੇ ਪਿੱਛੇ ਜੇ ਆਪਣਾ ਹੈੱਡ ਆਫਿਸ ਚੇਂਜ ਕਰਕੇ ਅੰਮ੍ਰਿਤਸਰ ਤੋਂ ਜ਼ੀਰਕਪੁਰ ਲੈ ਕੇ ਆਂਦਾ, ਜਿੰਨਾ ਵੀ ਸਟਾਫ ਉਹ ਚੇਂਜ ਕਰਕੇ ਲਿਆਂਦਾ ਉਹਨਾਂ ਨੇ ਉਹਨਾਂ ਨੂੰ 5 ਤੋਂ 6,000 ਰੁਪਇਆ ਰੀਲੋਕੇਸ਼ਨ ਅਲਾਊਂਸ ਦਿੱਤਾ ਗਿਆ। ਪਰ ਸਾਡੇ ਸਟਾਫ ਦੀ ਜੇਕਰ ਇਹ 200-250 ਕਿਲੋਮੀਟਰ ਦੂਰ ਕਿਤੇ ਵੀ ਬਦਲੀ ਕਰਦੇ ਆ, ਉਹਨੂੰ ਕਿਸੇ ਤਰ੍ਹਾਂ ਦਾ ਕੋਈ ਰੀਲੋਕੇਸ਼ਨ ਅਲਾਊਂਸ ਨਹੀਂ ਮਿਲਦਾ ਗਾ। ਆਪਣੀ ਮਰਜ਼ੀ ਨਾਲ ਬਦਲੀਆਂ ਕੀਤੀਆਂ ਜਾਂਦੀਆਂ ਨੇ, ਆਪਣੀ ਮਰਜ਼ੀ ਨਾਲ ਹੀ ਸਟਾਫ ਨੂੰ ਟਰਮੀਨੇਸ਼ਨ ਕੀਤਾ ਜਾਂਦਾ। ਸਾਡਾ ਸਟਾਫ ਡਿਊਟੀ ਕਰਕੇ ਜੇਕਰ ਘਰੇ ਜਾਂਦਾ ਆ, ਠੀਕ ਹੈ, ਤਾਂ ਉਹਨੂੰ ਇਹ ਨਹੀਂ ਹੁੰਦਾ ਗਾ ਵੀ ਮੈਂ ਕੱਲ੍ਹ ਨੂੰ ਡਿਊਟੀ ਜਾਣਾ ਜਾਂ ਨਹੀਂ ਜਾਣਾ। ਜਦੋਂ ਜੀ ਕਰਦਾ ਸਾਡੇ ਸੀਲ ਵੱਲੋਂ, ਸਾਡੇ ਸੀਨੀਅਰ ਅਧਿਕਾਰੀਆਂ ਵੱਲੋਂ ਸਾਡੇ ਸਟਾਫ ਨੂੰ ਕੋਲ ਆ ਜਾਂਦੀ ਆ ਜੀ ਤੁਸੀਂ ਕੱਲ੍ਹ ਨੂੰ ਡਿਊਟੀ 'ਤੇ ਨਹੀਂ ਜਾਣਾਗਾ ਜਾਂ ਤੁਸੀਂ ਦਫ਼ਤਰ ਅੰਮ੍ਰਿਤਸਰ ਜਾਂ ਜ਼ੀਰਕਪੁਰ ਜਾਣਾ ਆ। ਠੀਕ ਹੈ, ਜਿਹਦੇ ਲਈ ਹੁਣ ਤੁਸੀਂ ਦੇਖੋ ਵੀ 9,9500 ਰੁਪਏ ਤਨਖਾਹ ਦੇ ਵਿੱਚ ਸਾਡੇ ਸਟਾਫ ਦੇ ਮਹੀਨੇ ਦੇ 2 ਚੱਕਰ ਵੀ ਜ਼ੀਰਕਪੁਰ ਦੇ ਲੱਗਦੇ ਆ। ਠੀਕ ਹੈ, ਤੇ ਘੱਟ ਤੋਂ ਘੱਟ ਵੀ 2,000 ਰੁਪਇਆ ਗਿਆ। ਹੁਣ ਉਸ ਤੋਂ ਅੱਗੇ ਉਹਨੇ ਆਪਣਾ ਪਰਿਵਾਰ ਵੀ ਪਾਲਣਾ ਹੈ, ਬੱਚੇ ਵੀ ਪਾਲਣੇ ਆ, ਬੱਚੇ ਦੀਆਂ ਫੀਸਾਂ ਵੀ ਭਰਨੀਆਂ ਤੇ ਆਪਦੇ ਖਰਚੇ ਵੀ ਪੂਰੇ ਕਰਨੇ ਆ। ਠੀਕ ਹੈ, ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਕੰਪਨੀ ਦੀ ਇੱਕ ਸਾਡੀ ਬੈਲੈਂਸ ਸ਼ੀਟ ਹੁੰਦੀ ਆ, ਜੋ ਵੀ ਪ੍ਰੋਜੈਕਟ ਚੱਲ ਰਿਹਾ ਆ ਉਹ CA ਦਾ ਆਡਿਟ ਕਰਾਈ ਜਾਵੇ। ਠੀਕ ਹੈ, ਉਸ ਤੋਂ ਅੱਗੇ ਇਹਦੀ ਕਾਪੀ ਇੱਕ ਜੋ ਪੰਜਾਬ ਸਰਕਾਰ ਕੋਲ ਜਾਵੇ, ਇੱਕ ਕਾਪੀ ਸਾਡੇ ਕੋਲ ਆਵੇ, ਤਾਂ ਜੋ ਉਹਦੇ ਵਿੱਚ ਸਾਰੇ ਖੁਲਾਸੇ ਹੋ ਜਾਣਗੇ ਵੀ ਕੰਪਨੀ ਹਰ ਸਾਲ ਦਾ ਸਾਡੇ ਕੋਲੋਂ ਕਿੰਨੀ ਬਚਤ ਲੈ ਰਹੀ ਆ ਤੇ ਕਿੰਨਾ ਪ੍ਰੋਫਿਟ ਇੱਕ ਪੰਜਾਬ ਤੋਂ ਕਮਾ ਕੇ ਬੰਬੇ ਭੇਜਿਆ ਜਾ ਰਿਹਾ ਆ। ਤੇ ਜੇਕਰ ਅਸੀਂ ਇਹ ਨੈਕਸਟ ਇਹ ਅਪੀਲ ਕਰਾਂਗੇ ਵੀ 108 ਦੇ ਸਿਸਟਮ ਨੂੰ ਪੰਜਾਬ ਸਰਕਾਰ PHSC ਦੇ ਅੰਡਰ ਕਰਕੇ, ਠੀਕ ਹੈ, ਆਪਣੇ ਅੰਦਰ ਚਲਾਵੇ, ਜਿਸ ਦਾ ਕੰਪਨੀ ਤੋਂ ਸਾਡੇ ਮੁਲਾਜ਼ਮਾਂ ਦਾ ਖਹਿੜਾ ਛਡਾਵੇ, ਤਾਂ ਜੋ ਇੰਨੇ ਹੀ ਬਜਟ ਦੇ ਵਿੱਚ ਸਾਡੇ ਮੁਲਾਜ਼ਮ ਇੰਨੀਆਂ ਤਨਖਾਹਾਂ ਦੇ ਉੱਪਰ ਕੰਮ ਕਰਨ ਨੂੰ ਰਾਜੀ ਆ। ਪੰਜਾਬ ਸਰਕਾਰ ਦੇ ਖਜ਼ਾਨੇ ਦੇ ਉੱਪਰ ਬੋਝ ਨਹੀਂ ਹੋਊਗਾ, ਨਾਲੇ ਸਾਡਾ ਮੁਲਾਜ਼ਮ ਵਰਗ ਖੁਸ਼ ਹੋਊਗਾ। ਇੱਕ ਇਹ ਵੀ ਸੁਣਨ 'ਚ ਆਇਆ ਹੈਗਾ ਵੀ ਜਦੋਂ ਗੱਡੀ ਨੂੰ ਕੋਈ ਐਕਸੀਡੈਂਟ, ਹਾਦਸੇ ਦਾ ਸ਼ਿਕਾਰ ਤੁਹਾਡੀ ਗੱਡੀ ਹੋ ਜਾਂਦੀ ਹੈ, ਚਾਹੇ ਉਹਨੂੰ ਕੋਈ ਹੋਰ ਨੁਕਸ ਪਾਇਆ ਜਾਂਦਾ, ਤੇ ਜਿਹੜਾ ਡਰਾਈਵਰ ਹੁੰਦਾ ਜਾਂ ਸਟਾਫ ਹੁੰਦਾ ਉਹਦੇ 'ਤੇ ਬੋਝ ਪਾਇਆ ਜਾਂਦਾ। ਇਹ ਵੀ ਧੱਕਾ ਨਹੀਂ ਹੈਗਾ? ਇਸ ਤਰ੍ਹਾਂ ਜੀ, ਜਿਸ ਤਰ੍ਹਾਂ ਪੇਸ਼ੈਂਟ ਲੈ ਕੇ ਐਂਬੂਲੈਂਸ ਸਾਡੀ ਜਾ ਰਹੀ ਆ, ਤਾਂ ਉਸ ਸਮੇਂ ਕਿਸੇ ਵੀ ਹਾਦਸੇ ਦਾ ਸ਼ਿਕਾਰ ਐਂਬੂਲੈਂਸ ਹੋ ਜਾਂਦੀ ਆ, ਚਾਹੇ ਕਿਸੇ ਪਸ਼ੂ ਨਾਲ ਹੋ ਗਈ, ਚਾਹੇ ਕਿਸੇ ਵਹੀਕਲ ਨਾਲ ਹੋ ਗਈ। ਜੇਕਰ ਅਗਲੇ ਵਹੀਕਲ ਨਾਲ ਹਾਦਸੇ ਦਾ ਸ਼ਿਕਾਰ ਹੋ ਗਈ, ਅਗਲੇ ਵਹੀਕਲ ਵਾਲੇ ਨੇ ਪੈਸੇ ਦੇਤੇ ਤਾਂ ਕੇਸ ਸੋਲਵ ਆ। ਜੇਕਰ ਕਿਸੇ ਪਸ਼ੂ ਨਾਲ ਹੋ ਗਈ ਜਾਂ ਕਿਸੇ ਵਹੀਕਲ ਨਾਲ ਹੋਣ ਕਰਕੇ ਅਗਲੇ ਨੇ ਪੈਸੇ ਨਹੀਂ ਦਿੱਤੇ, ਤਾਂ ਉਸ ਦਾ ਦਬਾਅ ਸਾਡੇ ਡਰਾਈਵਰ ਦੇ ਉੱਪਰ ਪਾਇਆ ਜਾਂਦਾ ਵੀ ਤੂੰ ਇਸ ਦੀ ਰਿਪੇਅਰ ਕਰਵਾ। ਜੇਕਰ ਸਾਡਾ ਸਟਾਫ ਰਿਪੇਅਰ ਨਹੀਂ ਕਰਵਾਉਂਦਾ ਕਿਉਂਕਿ ਉਹ ਆਪਣੀ ਜਗ੍ਹਾ ਦੇ ਉੱਪਰ ਸਹੀ ਹੁੰਦਾ ਆ, ਤਾਂ ਉਸ ਦੀ ਬਿਆਨ ਬਦਲੀ ਕੀਤੀ ਜਾਂਦੀ ਆ ਜਾਂ ਉਸ ਨੂੰ ਡਿਊਟੀ ਤੋਂ ਕੱਢ ਦਿੱਤਾ ਜਾਂਦਾ ਆ। ਦੂਜਾ, ਹੁਣ ਸਾਡੇ ਜਿਵੇਂ ਤੁਸੀਂ ਐਕਸੀਡੈਂਟ ਹਾਦਸੇ ਦੇ ਸ਼ਿਕਾਰ ਦੀ ਗੱਲ ਕੀਤੀ ਆ, ਕੰਪਨੀ ਵੱਲੋਂ ਸਾਡਾ ਕਿਸੇ ਤਰ੍ਹਾਂ ਦਾ ਕੋਈ ਬੀਮਾ ਨਹੀਂ ਕਰਵਾਇਆ ਗਿਆ। ਠੀਕ ਹੈ, ਜੋ ਅੱਜ ਤੱਕ ਸਾਡੇ ਬੀਮੇ ਹੈਗੇ ਆ ਉਹ ਇੱਕ PF ਵੱਲੋਂ ਤੇ ESI ਵੱਲੋਂ ਕਰਵਾਏ ਗਏ ਆ। ਠੀਕ ਹੈ, ਹੁਣ ਪਿੱਛੇ ਜੇ ਸਾਡੇ ਹਾਦਸੇ ਦੇ ਦੌਰਾਨ ਬਹੁਤ ਸਾਰੇ ਸਟਾਫ ਦੀ ਡੈਥ ਹੋ ਚੁੱਕੀ ਆ, ਜਿਨ੍ਹਾਂ ਦੇ ਪਰਿਵਾਰ ਨੂੰ ਕੁਝ ਨਹੀਂ ਮਿਲਿਆਗਾ। ਲਾਸਟ ਦੀ ਜੇ ਗੱਲ ਕਰੀਏ ਆਪਾਂ, ਡੇਰਾਬੱਸੀ ਦੀ ਐਂਬੂਲੈਂਸ ਸੀ ਮੋਹਾਲੀ ਦੀ, ਉਹ ਪੇਸ਼ੈਂਟ ਲੈਣ ਜਾ ਰਹੀ ਸੀ, ਰਸਤੇ ਦੇ ਵਿੱਚ ਉਸ ਦਾ ਐਕਸੀਡੈਂਟ ਹੋ ਗਿਆ। ਐਕਸੀਡੈਂਟ ਦੌਰਾਨ ਸਾਡੇ ਫਾਰਮਾਸਿਸਟ ਦੀ ਔਨ ਦੀ ਸਪੋਟ ਮੌਤ ਹੋ ਗਈ, ਜਿਹਦੇ ਵੱਲੋਂ ਕੰਪਨੀ ਨੇ ਕੀ ਕੀਤਾ ਜੀ, ਉਸ ਦਾ ਇੱਕ ਕਿਸੇ ਤਰ੍ਹਾਂ ਦਾ ਨਾ ਤਾਂ ਕੋਈ ਬੀਮਾ ਦਿੱਤਾ ਗਿਆ, ਨਾ ਪਰਿਵਾਰ ਨੂੰ ਕੋਈ ਨੌਕਰੀ ਦਿੱਤੀ ਆ, ਨਾ ਹੀ ਪਰਿਵਾਰ ਨੂੰ ਕਿਸੇ ਨੂੰ ਕੋਈ ਉਹਨਾਂ ਦੇ ਜਿਹਨੂੰ ਪੈਨਸ਼ਨ ਲੱਗੀ ਆ। ਠੀਕ ਹੈ, ਵੀ ਇੰਨੀ ਕੁ ਸਾਡੀ ਸੇਫਟੀ ਹੈਗੀ ਆ ਵੀ ਸਾਡਾ ਇੱਕ ਪੰਜਾਬ ਸਰਕਾਰ ਵੱਲੋਂ, ਕੰਪਨੀ ਵੱਲੋਂ ਕੋਡੀ ਮੁੱਲ ਨਹੀਂ ਪਾਇਆ ਜਾਂਦਾ ਗਾ। ਹੁਣ ਜਿਹੜੀ ਗੱਡੀ ਆਪਾਂ ਦੇਖ ਰਹੇ ਹਾਂ, ਤੁਹਾਨੂੰ ਇਹ ਹਾਲਤ ਜਿਹੜੀ ਦਿਖਾਈ ਹੈਗੀ ਹੈ, ਇਹ ਗੱਡੀ ਜਿਹੜੀ ਹੈਗੀ ਹੈ ਇਹ ਚੱਲਣ ਦੇ ਕਾਬਿਲ ਹੈਗੀ ਹੈ ਜੀ? ਕੋਈ ਪੇਸ਼ੈਂਟ ਜਿਹੜਾ ਹੈਗਾ ਵੀ ਉਹਨੂੰ ਲਿਆ ਕੇ ਉਹਦੀ ਜਾਨ ਬਚਾਈ ਜਾ ਸਕਦੀ ਹੈ? ਕਿਉਂਕਿ 108 ਜਿਹੜੀ ਹੈ ਇਹ ਇਸ ਲਈ ਸ਼ੁਰੂ ਕੀਤੀ ਗਈ ਹੈ ਤਾਂ ਕਿ ਜਿਹੜਾ ਮਰੀਜ਼ ਨੂੰ ਤੁਰੰਤ ਜਿਹੜੀ ਹੈਗੀ ਹੈ ਡਾਕਟਰੀ ਸਹਾਇਤਾ ਦਿੱਤੀ ਜਾਵੇ। ਤੁਹਾਨੂੰ ਲੱਗਦਾ ਵੀ ਇਹ ਗੱਡੀ ਜਿਹੜੀ ਜਿਸ ਤਰ੍ਹਾਂ ਹਾਲਤ ਦੇਖੀ, ਗੱਡੀ ਬਿਲਕੁਲ ਵੀ ਚੱਲਣ ਦੇ ਕਾਬਿਲ ਨਹੀਂ ਹੈਗੀ।
ਤੇ ਕਿਉਂਕਿ ਇਸ ਦੇ ਵਿੱਚ ਪੰਜਾਬ ਸਰਕਾਰ ਪਿੱਛੇ ਸਟੈਪ ਬਾਏ ਸਟੈਪ ਗੱਡੀਆਂ ਨਵੀਆਂ ਦੇ ਰਹੀ ਆ ਤੇ ਕੰਪਨੀ ਵੱਲੋਂ ਇਸੇ ਕਰਕੇ ਹੀ ਇਸ ਦਾ ਕੋਈ ਬੀਮਾ ਜਾਂ ਪਾਸਿੰਗ ਨਹੀਂ ਕਰਵਾਈ ਜਾ ਰਹੀਗੀ ਵੀ ਇਹ ਗੱਡੀ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਆ ਜਾਣੀ ਆ। ਬਹੁਤ ਸਾਰੀਆਂ ਗੱਡੀਆਂ ਤਾਂ ਇਦਾਂ ਦੀਆਂ ਨੇ ਜਿਹੜੀਆਂ ਸਟਾਰਟਿੰਗ ਦੀ ਪ੍ਰੋਬਲਮ ਦੇ ਵਿੱਚ ਵੀ ਗੱਡੀਆਂ ਆਫ ਰੋਡ ਖੜੀਆਂ ਰਹਿੰਦੀਆਂ ਨੇ। ਠੀਕ ਹੈ, ਇਸ ਕਰਕੇ ਕੰਪਨੀ ਦਾ ਇਸ ਦਾ ਕੰਮ ਨਹੀਂ ਕਰਵਾਇਆ ਜਾਂਦਾ ਵੀ ਗੱਡੀ ਕਿਸੇ ਵੀ ਸਮੇਂ ਬੰਦ ਹੋ ਸਕਦੀ ਆ। ਸਰਕਾਰ ਆਉਣ ਵਾਲੇ ਕਿਸੇ ਵੀ ਦਿਨਾਂ ਦੇ ਵਿੱਚ ਗੱਡੀਆਂ ਨਵੀਆਂ ਦੇ ਸਕਦੀ ਆ। ਇਸ ਉਮੀਦ ਕਰਕੇ ਇਹਨਾਂ ਦੀ ਰਿਪੇਅਰ ਨਹੀਂ ਕਰਵਾਈ ਜਾਂਦੀ ਗੀ ਤੇ ਗੱਡੀਆਂ ਜਿਹੜੀਆਂ ਹੈਗੀਆਂ ਨੇ ਚੱਲਣ ਯੋਗ ਨਹੀਂ ਹੈਗੀਆਂ। ਪਿਛਲੇ ਦਿਨ ਵੀ ਇੱਕ ਬੱਚੇ ਯਾਨੀ ਕਿ ਇੱਕ ਗਰਭਵਤੀ ਲੇਡੀ ਨੂੰ ਲੈ ਕੇ ਹਸਪੀਟਲ ਆ ਰਹੀ ਸੀ ਤੁਹਾਡੀ ਗੱਡੀ ਜੀ ਤੇ ਹਸਪਤਾਲ ਤੋਂ 200 ਮੀਟਰ ਦੂਰੀ ਤੇ ਦਮ ਤੋੜ ਗਈ, ਬੰਦ ਹੋ ਗਈ ਇਹ ਜੀ। ਜਦਕਿ ਪ੍ਰਾਈਵੇਟ ਐਂਬੂਲੈਂਸ ਨੂੰ ਲਿਆ ਕੇ ਉਹਨੂੰ ਡਾਕਟਰ ਕੋਲੇ ਜਿਹੜਾ ਐਮਰਜੈਂਸੀ ਜਿਹਨੂੰ ਲੋੜ ਸੀ ਉੱਥੇ ਲਿਆਂਦਾ ਗਿਆ ਹੈਗਾ। ਇਹ ਗੱਲਾਂ ਤੁਸੀਂ ਕੰਪਨੀ ਨੂੰ ਜਾਂ ਸਰਕਾਰ ਨੂੰ ਲਿਖਤੀ ਤੌਰ ਤੇ ਨਹੀਂ ਲੈ ਕੇ ਆਉਂਦੇ ਕਿਉਂਕਿ ਰਿਸਪੌਂਸਿਬਿਲਟੀ ਤਾਂ ਕੰਪਨੀ ਨੇ ਤੁਹਾਡੀ ਕਰ ਦੇਣੀ ਹੈ ਜੇ ਕੋਈ ਪੇਸ਼ੈਂਟ ਦਾ ਨੁਕਸਾਨ ਹੁੰਦਾ ਤਾਂ। ਬਿਲਕੁਲ ਜੀ, ਤੁਹਾਡੀ ਗੱਲ ਠੀਕ ਆ ਕਿਉਂਕਿ ਮੇਨ ਗੱਲ ਕੀ ਹੁੰਦੀ ਆ ਜੀ, ਜਦੋਂ ਗੱਡੀ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਜ਼ਿਲ੍ਹਿਆਂ ਵਾਈਜ਼ ਸਾਡੇ ਉੱਪਰ ਇੱਕ ਐਮਈ ਲਗਾਇਆ ਗਿਆ ਆ ਮੇਨਟੇਨੈਂਸ ਇੰਜੀਨੀਅਰ। ਠੀਕ ਹੈ ਜੀ, ਸਾਡੇ ਡਰਾਈਵਰ ਨੇ ਇਨਫੋਰਮੇਸ਼ਨ ਗੱਡੀ ਨੂੰ ਕੋਈ ਵੀ ਪ੍ਰੋਬਲਮ ਆਉਣੀ ਹੁੰਦੀ ਆ ਉਹਨਾਂ ਨੂੰ ਦੇਣੀ ਆ। ਉਹਨਾਂ ਦੇ ਉੱਪਰ ਇੱਕ ਸੁਪਰਵਾਈਜ਼ਰ ਬੈਠਾ, ਸੁਪਰਵਾਈਜ਼ਰ ਦੇ ਉੱਪਰ ਇੱਕ ਮੇਨਟੇਨੈਂਸ ਹੈਡ ਬੈਠਾ ਜੋ ਸਾਰੇ ਪੰਜਾਬ ਨੂੰ ਮੇਨਟੇਨ ਕਰ ਰਿਹਾ। ਠੀਕ ਹੈ, ਸਾਡੇ ਵੱਲੋਂ ਉਹਨਾਂ ਨੂੰ ਇਨਫੋਰਮ ਕੀਤਾ ਜਾਂਦਾ ਪਰ ਉਹਨਾਂ ਵੱਲੋਂ ਇੱਕ ਲਾਰਾ ਲਾਇਆ ਜਾਂਦਾ ਹੈ ਵੀ ਕੋਈ ਗੱਲ ਨਹੀਂ ਤੁਹਾਡਾ ਕੰਮ ਆਉਣ ਵਾਲੇ ਦਿਨਾਂ ਦੇ ਵਿੱਚ ਕਰਵਾ ਦਾਂਗੇ, ਪਰ ਕਰਵਾਇਆ ਨਹੀਂ ਜਾਂਦਾਗਾ। ਜਿਹੜਾ ਕੰਮ ਜ਼ਿਆਦਾ ਮੇਜਰ ਆ ਜਾਂ ਜਦੋਂ ਗੱਡੀ ਖੜ ਜਾਂਦੀ ਆ ਉਸ ਸਮੇਂ ਉਹਨਾਂ ਦਾ ਕੰਮ ਕਰਵਾਇਆ ਜਾਂਦਾ। ਵੈਸੇ ਗੱਡੀਆਂ ਦੀ ਰਿਪੇਅਰ ਬਹੁਤ ਘੱਟ ਕਰਵਾਈ ਜਾਂਦੀ ਆ। ਇਹਨੂੰ ਜਿਹੜਾ ਮੰਨ ਲਓ ਡਿਸਟ੍ਰਿਕਟ ਲੈਵਲ ਤੇ ਤੁਹਾਡੀ ਦੇਖ ਰੇਖ ਹੈ ਕਿ ਸਿੱਧਾ ਜੀਰਕਪੁਰ ਨਾਲ ਸੰਬੰਧ ਹੈ? ਨਹੀਂ ਜੀ, ਸਾਡੀ ਦੇਖ ਰੇਖ ਡਿਸਟ੍ਰਿਕਟ ਲੈਵਲ ਤੇ ਆ, ਮੇਨਟੇਨੈਂਸ ਦੀ ਵੀ ਡਿਸਟ੍ਰਿਕਟ ਲੈਵਲ ਤੇ ਆ, ਸਟਾਫ ਦੀ ਵੀ ਡਿਸਟ੍ਰਿਕਟ ਲੈਵਲ ਤੇ ਆ। ਕਿਉਂਕਿ ਜੋ ਸਾਡੇ ਸਟਾਫ ਨੂੰ ਮੇਨਟੇਨ ਕਰ ਰਿਹਾ, ਸਾਡੀ ਹਾਜ਼ਰੀ ਵਗੈਰਾ ਲਾ ਰਿਹਾ, ਉਹ ਸਾਡੇ ਇੱਕ ਸੀਐਲ ਨੇ, ਕਲਸਟਰ ਲੀਡਰ ਨੇ। ਉਹਨਾਂ ਨੇ ਇੱਕ ਤੋਂ 2 ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦੀ ਡਿਊਟੀ ਹੁੰਦੀ ਆ। ਉਸੇ ਤਰ੍ਹਾਂ ਜਿਹੜੇ ਸਾਡੇ ਮੇਨਟੇਨੈਂਸ ਇੰਜੀਨੀਅਰ ਨੇ ਉਹਨਾਂ ਦੀ ਵੀ 2 ਜ਼ਿਲ੍ਹਿਆਂ ਦੇ ਵਿੱਚ ਡਿਊਟੀ ਹੁੰਦੀ ਆ ਵੀ 2 ਜ਼ਿਲ੍ਹਿਆਂ ਦੇ ਉਹਨਾਂ ਨੇ ਗੱਡੀਆਂ ਦੀ ਦੇਖ ਰੇਖ ਕਰਨੀ ਆ। ਕਿਹੜੀ ਗੱਡੀ ਨੂੰ ਕਿਸ ਸਮੇਂ ਕੀ ਪ੍ਰੋਬਲਮ ਆ ਰਹੀ ਹੈ, ਕਿੱਥੋਂ ਰਿਪੇਅਰ ਕਰਵਾਉਣਾ ਆ, ਕਿੱਥੋਂ ਗੱਡੀ ਦੀ ਸਰਵਿਸ ਕਰਵਾਉਣੀ ਆ, ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ। ਸਾਡਾ ਫਰਜ਼ ਆ ਉਹਨਾਂ ਨੂੰ ਦੱਸਣਾ, ਉਹਨਾਂ ਦਾ ਫਰਜ਼ ਆ ਅੱਗੇ ਦੱਸਣਾ, ਪਰ ਉੱਪਰੋਂ ਹੈੱਡ ਆਫਿਸ ਤੋਂ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਕੰਮ ਕਰਵਾਉਣ ਦੀ। 108 ਐਂਬੂਲੈਂਸ ਦਾ ਜੋ ਮੰਥਲੀ ਖਰਚੇ ਦੀ ਗੱਲ ਕਰੀਏ ਪਰ ਐਂਬੂਲੈਂਸ 1,35,000 ਰੁਪਏ ਦੇ ਲਗਭਗ ਕੰਪਨੀ ਨੂੰ ਦਿੱਤਾ ਜਾਂਦਾ ਆ, ਜੋ ਕਿ ਇੱਕ ਐਂਬੂਲੈਂਸ ਨੂੰ ਪਰ ਕੇਸ ਦੇ ਇੱਕ ਦਿਨ ਦੇ ਵਿੱਚ 4 ਕੇਸ ਦਿੱਤੇ ਜਾਂਦੇ ਆ। ਜੇਕਰ 4 ਕੇਸਾਂ ਦੇ ਉੱਪਰ ਐਂਬੂਲੈਂਸ ਕੇਸ ਲਾਉਂਦੀ ਆ ਤਾਂ ਉਸ ਦਾ ਕੰਪਨੀ ਨੂੰ ਇੱਕ ਇਨਸੈਂਟਿਵ ਤੌਰ ਤੇ ਕਮਿਸ਼ਨ ਮਿਲਦਾ ਆ। ਠੀਕ ਹੈ, ਜਿਹੜਾ ਕਿ ਇਨਸੈਂਟਿਵ ਪਿਛਲੇ ਜਦੋਂ ਸਟਾਰਟਿੰਗ ਦੇ ਵਿੱਚ 10-20 ਲੱਖ ਤੋਂ ਲੈ ਕੇ ਹੌਲੀ ਹੌਲੀ ਵਾਧਾ ਹੋਇਆ, ਅੱਜ ਲਾਸਟ ਮੰਥ ਦੇ ਵਿੱਚ 1.5 ਕਰੋੜ ਦੇ ਲਗਭਗ ਪਹੁੰਚ ਗਿਆ। ਉਹ ਇਨਸੈਂਟਿਵ ਕੰਪਨੀ ਨੇ ਕਿਸ ਤਰ੍ਹਾਂ ਵਧਾਇਆ, ਜਿਹਦਾ ਇੱਕ ਮੈਂ ਤੁਹਾਨੂੰ ਪ੍ਰੂਫ ਦੇਣ ਜਾ ਰਿਹਾ। ਕੰਪਨੀ ਆਪਣੇ ਵੱਲੋਂ ਦਫ਼ਤਰ ਦੇ ਵਿੱਚ ਬੈਠੇ ਹੀ ਇੱਕ ਫੇਕ ਕਾਲ ਪਾ ਕੇ ਇੱਕ ਲੋਕੇਸ਼ਨ ਦੇ ਉੱਪਰ 4-4 5-5 ਐਂਬੂਲੈਂਸਾਂ ਭੇਜੀਆਂ ਜਾਂਦੀਆਂ ਨੇ। ਠੀਕ ਹੈ, ਵੀ ਸਿਰਫ ਇੱਕ ਸਾਡੇ ਜਿਵੇਂ ਕਹਿ ਲਈਏ ਪਰ ਰੂਟ ਦੇ ਹਿਸਾਬ ਦੇ ਨਾਲ ਐਂਬੂਲੈਂਸ ਦੇ ਗੇੜੇ ਉਹਦੇ ਵਿੱਚ GPS ਦੇ ਵਿੱਚ ਫਿਕਸ ਹੋ ਜਾਣ ਤੇ ਸਾਨੂੰ ਉਸ ਦਾ ਕਮਿਸ਼ਨ ਮਿਲ ਜਾਵੇ। ਜਿਹਦੇ ਵਿੱਚ ਇੱਕ ਤੁਹਾਨੂੰ ਮੈਂ ਇੱਕ ਪ੍ਰੂਫ ਦੇਣ ਜਾ ਰਿਹਾ, ਇਹ ਆਡੀਓ ਤੁਸੀਂ ਸੁਣਿਆ ਜੀ। ਹੈਲੋ, ਮਾਲੀ 12 ਬੋਲੋ ਜੀ ਸਰ, 108 ਤੋਂ ਗੱਲ ਕਰ ਰਹੇ ਆ ਜੀ। ਹਾਂਜੀ ਹਾਂਜੀ, ਉਹ ਸਰ ਇੱਕ ਕੀ ਅੱਗੇ ਆ ਰਿਹਾ ਸੀ, ਤੁਹਾਨੂੰ ਕਾਲ ਕੀਤੀ ਸੀ CDC ਦੇ ਨੰਬਰ ਤੋਂ ਤੇ ਉਹ ਗੱਡੀਆਂ ਬਿਜ਼ੀ ਹੈਗਾ ਆ ਜੀ ਤੇ ਜੋ ਬੜੀ ਸਾਰੀਆਂ ਗੱਡੀਆਂ ਬਿਜ਼ੀ ਹੈਗਾ, ਜੋ ਬੜੀ ਨੋਟ ਕਰ ਲਿਓ। ਥੋੜਾ ਕੇਸ ਕਿੱਥੋਂ ਦਾ? ਉਹ ਸਰ ਜੀ ਮੇਰੀ ਗੱਲ ਤੇ ਸੁਣੋ, ਜਿਹੜਾ ਸਿਵਲ ਹਸਪਤਾਲ ਮਹਾਲੀ ਤੋਂ PGI ਵਾਸਤੇ ਰੈਫਰ ਨਹੀਂ ਹੈਗਾ ਉਹ ਬਸ ਤੁਸੀਂ ਝੂੜੇ ਜਿਹੇ ਮਾੜੇ ਲੈ ਗਏ ਨਾ ਤੇ ਕਾਲ ਕਰ ਦਿਓ ਕਿ ਸੀਨ ਤੇ ਪਹੁੰਚੇ ਆ ਤੇ ਉੱਥੇ ਪੇਸ਼ੈਂਟ ਨਹੀਂ ਹੈਗਾ। ਥੋੜੀ ਬਹੁਤੀ ਗੱਡੀ ਮੂਵ ਕਰ ਲਿਆ, ਮੈਂ ਗੱਲ ਕਰ ਲਈ। ਨਹੀਂ ਮੈਂ ਗੱਡੀ ਮੂਵ ਕਰਕੇ ਨੋਟਬੋਰਡ ਕਰਾਉਣਾ, ਬਸ ਨੋਟਬੋਰਡ ਕਰਵਾਉਣਾ। ਗੱਡੀ ਮੂਵ ਕਰਾ ਕੇ ਨਾ ਨੋਟਬੋਰਡ ਕਰਵਾਉਣਾ। ਚੱਕਰ ਜਾਂ ਤਾਂ ਦੱਸ ਦਿਓ ਵੀ ਕੀ ਆ, ਖੜਾਈ ਜੇ ਫਿਰਦੇ ਹੋ ਕੱਲ ਦੇ? ਹਾਂਜੀ, ਕੱਲ ਦੇ ਮੈਂ ਖੜਾਉਂਦੇ ਜੇ ਫਿਰਦੇ ਹੋ, ਚੱਕਰ ਤਾਂ ਦੱਸ ਦਿਓ ਕੀ ਆ। ਓਏ ਸਰ ਸਾਨੂੰ ਖੁਦ ਨਹੀਂ ਦੱਸਦੇ ਪਏ ਜੀ, ਬਸ ਸਾਨੂੰ ਵੀ ਇਹਨਾਂ ਨੇ, ਮੈਂ ਵੀ ਹੁਣੇ ਹੀ ਆਇਆ ਜੀ ਡਿਊਟੀ ਤੇ। ਮਾਲੀ 14 ਦੀ ਕੋਲ ਆਈ ਹੈ ਤਾਂ ਫਿਰ ਮਾਲੀ 14 ਉਹ ਕਰਵਾ ਫੇਕ ਚ ਚਲੋ ਰਹਿਣ ਦੇ ਸਰ। ਮਾਲੀ 14 ਨੇ ਪਿਕ ਕਰ ਲਈ ਹੈ ਕਾਲ, ਲੈ ਜਾਂਦੇ ਫਿਰ ਜੇ ਹੂਟੇ ਮਾਟੇ ਲੈ ਕੇ ਆਉਣੇ ਤਾਂ ਨਾਲੇ ਰੋਟੀ ਖਾ ਆਵਾਂਗੇ। ਚਲੋ ਕੋਈ ਨਹੀਂ, ਹੁਣ ਅਗਲੇ ਜਦੋਂ ਕੋਈ ਹੁਣ ਜੋਬ ਆ ਜਾਂਦੀ ਫਿਰ ਤੁਹਾਨੂੰ ਹੂਟੇ ਮਾਟੇ ਦਵਾ ਦਿੰਦੇ ਆ ਜੀ। ਠੀਕ ਹੈ ਜੀ, ਠੀਕ ਹੈ ਓਕੇ ਸਰ, ਧੰਨਵਾਦ ਜੀ ਕਰ ਦੇ ਤੁਹਾਡੇ। ਹੁਣ ਇਸ ਰਿਕਾਰਡਿੰਗ ਦੇ ਵਿੱਚ ਤੁਸੀਂ ਆਪ ਸੁਣਿਆ ਆ ਵੀ ਸਾਡੇ ਲੈ ਕੇ ਵਾਪਸ ਆ ਜਾਣਾ ਆ, ਉੱਥੇ ਜਾ ਕੇ ਕੇਸ ਨੂੰ ਨੋਟਬੋਰਡ ਕਰਾ ਦੇਣਾ ਆ। ਹੁਣ ਐਗਜ਼ਾਮਪਲ ਤੌਰ ਤੇ ਹੁਣ ਇੱਕ ਇਹੋ ਗੱਡੀ ਦੀ ਗੱਲ ਕਰ ਲਈਏ, ਇਹ ਗੱਡੀ ਨੂੰ ਫੇਕ ਕਾਲ ਪਾ ਕੇ ਤੋਰ ਦਿੱਤਾ ਜਾਂਦਾ ਇੱਥੋਂ ਜੀ ਤੁਸੀਂ ਵਾਪਸ ਆਉਣਾ ਆ।
ਉਸ ਸਮੇਂ ਜੇਕਰ ਇੱਥੋਂ ਹਸਪੀਟਲ ਤੋਂ ਕੋਈ ਪੇਸ਼ੈਂਟ ਰੈਫਰ ਹੁੰਦਾ ਆ ਸੀਰੀਅਸ, ਜਾਂ ਰਸਤੇ ਦੇ ਵਿੱਚ ਕੋਈ ਐਕਸੀਡੈਂਟ ਹੁੰਦਾ ਆ, ਤਾਂ ਉਹਨਾਂ ਨੂੰ ਕੀ ਦੱਸਿਆ ਜਾਂਦਾ, ਇਹ ਸਾਡੀਆਂ ਐਂਬੂਲੈਂਸਾਂ ਬਿਜ਼ੀ ਨੇ, ਤੁਹਾਨੂੰ ਐਂਬੂਲੈਂਸ ਅਸੀਂ ਸੇਵਾ ਨਹੀਂ ਦੇ ਸਕਦੇਗੇ। ਆਮ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਆ ਤੇ ਕੰਪਨੀ ਦਾ ਆਪਣਾ ਪ੍ਰੋਫਿਟ ਵੱਧ ਤੋਂ ਵੱਧ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ। ਇਸ ਤਰ੍ਹਾਂ ਇੱਕ ZHL ਕੰਪਨੀ ਜੋ ਬੰਬੇ ਦੀ ਹੈ, ਪੰਜਾਬ ਸਰਕਾਰ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਕਿਸ ਤਰ੍ਹਾਂ ਲੁੱਟ ਵੀ ਰਹੀ ਆ, ਕਸੁੱਟ ਵੀ ਰਹੀ ਆ, ਚੂਨਾ ਲਾ ਰਹੀ ਆ। ਬਿਲਕੁਲ, ਅਸੀਂ ਤੁਹਾਡੀ ਗੱਲਬਾਤ ਕਰਾਈ ਹੈ। 108 ਐਂਬੂਲੈਂਸ ਜਿਹੜੀ ਐਸੋਸੀਏਸ਼ਨ ਬਣੀ ਹੈਗੀ ਆ, ਉਹਦੇ ਸੂਬਾ ਪ੍ਰਧਾਨ ਨੇ ਮਨਪ੍ਰੀਤ ਸਿੰਘ ਜੀ ਨਿੱਜਰ, ਜਿਨ੍ਹਾਂ ਨੇ ਬੜੀ ਬਰੀਕੀ ਨਾਲ ਦੱਸਿਆ 108 ਗੱਡੀ ਜਿਹੜੀ ਹੈਗੀ ਆ 2011 ਦੇ ਵਿੱਚ ਇਹ ਸਕੀਮ ਵੇਲੇ ਦੌਰਾਨ ਸ਼ੁਰੂ ਹੋਈ ਸੀਗੀ, ਪਰ ਇਹ ਗੱਡੀਆਂ ਖਸਤਾ ਹਾਲਤ ਦੇ ਵਿੱਚ ਨੇ। ਪੇਸ਼ੈਂਟ ਨੂੰ ਲੈ ਕੇ ਆਉਣਾ ਜਾਨ ਜੋਖਮ ਦੇ ਵਿੱਚ ਪਾਉਣ ਵਾਲੀ ਗੱਲ ਹੈ। ਤੁਸੀਂ ਹੈਰਾਨ ਹੋਵੋਗੇ, ਮੈਂ ਇਹ ਸ਼ਬਦ ਯੂਜ਼ ਕਰ ਰਿਹਾ ਵੀ ਗੱਡੀ 108 ਦੇ ਵਿੱਚ ਪੇਸ਼ੈਂਟ ਨੂੰ ਲੈ ਕੇ ਆਉਣਾ ਜਾਨ ਜੋਖਮ ਦੇ ਵਿੱਚ ਪਾਉਣ ਵਾਲੀ ਗੱਲ ਹੈ, ਕਿਉਂਕਿ ਮੈਂ ਇਹਨਾਂ ਦੇ ਦਾਅਵਿਆਂ ਮੁਤਾਬਕ ਤੇ ਗੱਡੀ ਦੀ ਹਾਲਤ ਨੂੰ ਦੇਖ ਕੇ ਕਹਿ ਰਿਹਾ ਹੈਗਾ ਕਿਸ ਤਰ੍ਹਾਂ ਦੀ ਹਾਲਤ ਹੈਗੀ ਹੈ, ਕਿਸ ਤਰ੍ਹਾਂ ਦਾ ਮਰੀਜ਼ ਨੂੰ ਜਦੋਂ ਐਮਰਜੈਂਸੀ ਲੈ ਕੇ ਆਉਣਾ ਹੈਗਾ ਤਾਂ ਗੱਡੀਆਂ ਨੂੰ ਭਜਾਉਣਾ ਹੀ ਪੈਂਦਾ। ਪਰ ਸਪੀਡ ਲਿਮਟ ਨਿਰਧਾਰਿਤ ਕੀਤੀ ਗਈ ਹੈ ਤਾਂ ਕਿ ਗੱਡੀਆਂ ਦੀ ਜਿਹੜੀ ਐਵਰੇਜ ਜਿਹੜੀ ਹੈ ਗੱਡੀ ਦੇ ਸਕੇ। ਮਰੀਜ਼ ਦੀ ਜਿਹੜੀ ਜਾਨ ਦੇ ਨਾਲ ਕੰਪਨੀ ਦਾ ਕੋਈ ਸਰੋਕਾਰ ਨਹੀਂ ਹੈਗਾ। ਇਸ ਲਈ ਪੰਜਾਬ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਸੂਬੇ ਦੀ ਸੱਤਾ ਤੇ ਕਾਬਜ਼ ਨੇ ਤੇ ਬੜੇ ਵੱਡੇ ਦਾਅਵੇ ਕੀਤੇ ਆ। ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਵੀ ਗੱਲ ਕਰ ਰਿਹਾ, ਪਰ 108 ਐਂਬੂਲੈਂਸ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਪੰਜਾਬ ਸਰਕਾਰ ਕਦੋਂ ਤੇ ਕਿਸ ਵੇਲੇ ਜਾਗੇਗੀ ਅਤੇ ਇਹਨਾਂ ਦੀ ਹਾਲਤ ਸੁਧਾਰੇਗੀ। ਕੈਮਰਾ ਪਰਸਨ ਅਮਨਦੀਪ ਸਿੰਘ ਦੇ ਨਾਲ ਹਰਦੀਪ ਸਿੰਘ, ਮਲੋਟ। ਆ ਗਿਆ ਕਿਸਾਨ ਭਰਾਵਾਂ ਦੀਆਂ ਫਸਲਾਂ ਦਾ ਰਾਖਾ, ਦੁਨੀਆ ਦਾ ਨੰਬਰ 1 ਉੱਲੀ ਨਾਸ਼ਕ ਸੈਵਰਿਨ ਕੈਮੀਕਲਜ਼ ਦਾ ਸਕਾਡੀਓ ਪਲੱਸ। ਫਸਲ ਦਾ ਝਾੜ ਵਧਾਵੇ, ਵਜਨਦਾਰ ਅਤੇ ਚਮਕਦਾਰ ਦਾਣੇ। ਉੱਲੀ ਰੋਗ ਕੋਈ ਵੀ ਹੋਵੇ, ਸਕਾਡੀਓ ਪਲੱਸ ਹੈ ਉੱਲੀ ਰੋਗ ਦਾ ਪੱਕਾ ਹੱਲ। ਕਿਸਾਨ ਭਰਾਵਾਂ ਦਾ ਸੱਚਾ ਤੇ ਫਸਲਾਂ ਦਾ ਪੱਕਾ ਸਾਥੀ। ਸਕਾਡੀਓ ਪਲੱਸ, ਉੱਲੀ ਦਾ ਖਾਤਮਾ।